ਉਮਰ ਦਰਾਜ਼ ਨੇ ਮਾਨ ਸਾਹਿਬ, ਉਹਨਾਂ ਤੋਂ ਬਹੁਤ ਵੱਡੇ ਨੇ, ਉਹਨਾਂ ਦੇ ਦਾਦਾ ਜੀ ਦੀ ਉਮਰ ਤੋਂ ਵੀ ਵੱਡੇ ਨੇ। ਦੇਖੋ ਅਸੀਂ ਕਹਿੰਦੇ ਕਿ ਇਹ ਮੁੱਛਾਂ ਨੂੰ ਤਾਂ ਦਿੰਦੇ ਆ ਮਾਨ ਸਾਹਿਬ, ਤੇ ਇਹ ਕਹਿੰਦੇ ਕੋਈ ਚੰਗੀ ਗੱਲ ਥੋੜ੍ਹਾ ਹੈ ਇਦਾਂ ਦੀਆਂ ਗੱਲਾਂ। ਲੋਕਾਂ ਨੇ ਤਾਂ ਇਹੋ ਜਿਹਾ ਤੇਲ ਲਾਉਣਾ ਨਾ 2024 'ਚ ਇਹਨਾਂ ਨੂੰ ਸਮਝ ਨਹੀਂ ਆਉਣੀ ਕੀ ਹੋਇਆ ਕੀ ਹੈ। ਆ ਗੈਂਗਸਟਰ ਨੇ, ਆ ਜੱਗੂ ਭਗਵਾਨਪੁਰੀਆ ਜਾਂ ਲਾਰੈਂਸ ਬਿਸ਼ਨੋਈ, ਆ ABCD ਜਿਹੜੇ ਪੈਸੇ ਲੈ ਕੇ, ਐਕਸਟੋਰਸ਼ਨ ਮਨੀ ਲੈ ਕੇ ਕਿਸੇ ਨੂੰ ਵੀ ਮਾਰ ਦਿੰਦੇ ਆ, ਇਹਨਾਂ ਦੀ ਤੁਲਨਾ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ, ਇਹਨਾਂ ਦੀ ਤੁਲਨਾ ਉਹ ਅੱਜ ਦੇ ਗੈਂਗਸਟਰਸ ਨਾਲ ਕਰ ਰਹੇ ਆ। ਹੁਣ ਜੇ ਕਿਚੜ 'ਚ ਤੁਸੀਂ ਜਾ ਕੇ ਲੇਟ ਜਾਓਗੇ, ਤੁਹਾਡੇ ਕੱਪੜੇ ਗਿੱਲੇ ਹੋਣਗੇ, ਗੰਦੇ ਹੋਣਗੇ, ਠੀਕ ਹੈ। ਸੋ ਇਹ ਆਪ ਕਿਚੜ ਪੈਦਾ ਵੀ ਕਰਦੇ ਆ, ਆਪਣੇ ਆਪ ਤੇ ਵੀ ਸੁੱਟਦੇ ਆ, ਕੌਮ ਤੇ ਵੀ ਸੁੱਟਦੇ ਆ, ਪੰਜਾਬੀਆਂ ਤੇ ਵੀ ਸੁੱਟਦੇ ਆ। ਰਵਨੀਤ ਬਿੱਟੂ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਨੌਜਵਾਨਾਂ ਨੂੰ ਭੜਕਾਉਣ ਦੀ ਗੱਲ ਕਰਦੇ ਆ, ਨੌਜਵਾਨਾਂ ਨੂੰ ਲੜਾਉਣ ਦੀ ਗੱਲ ਕਰਦੇ ਆ। ਮੱਤੇ ਵਾਲੇ ਜੰਗਲ ਦਾ ਖਹਿਰਾ ਸਾਹਿਬ ਉੱਥੇ ਬੋਲ ਕੇ ਆਏ ਆ, ਉਹ SYL ਤੇ ਬੋਲੇ ਆ, ਪਰ ਬਿੱਟੂ ਸਾਹਿਬ ਨਹੀਂ ਬੋਲਦੇ। ਇਹਨਾਂ ਨੂੰ SYL ਤੇ ਸਵਾਲ ਪੁੱਛੋਗੇ ਤੁਸੀਂ, ਉਹ ਕਹਿ ਦੇਣਗੇ, ਉਹ ਸਿੱਧੀ ਤੀਰ ਖਿੱਚ ਦੇਣਗੇ, ਲਕੀਰ ਖਿੱਚ ਦੇਣਗੇ ਜਟਾਣਾ ਸਾਹਿਬ ਤੇ। ਜਿਹੜੇ ਬਿੱਟੂ ਸਾਹਿਬ ਹੈਗੇ ਆ, ਮੈਨੂੰ ਨਾ ਇਹਨਾਂ ਦੀ ਦੇਸ਼ ਭਗਤੀ ਨਹੀਂ ਸਮਝ ਆਉਂਦੀ ਬਿਲਕੁਲ ਵੀ। ਬਿੱਟੂ ਸਾਹਿਬ ਨੂੰ ਉਹ ਆਪਦੇ ਹੀਰੋ ਜਾਂ ਹੀਰੋਇਨ ਬੀਬੀ ਇੰਦਰਾ ਗਾਂਧੀ ਜੀ ਨੂੰ ਮੰਨਦੇ ਹੈਗੇ ਆ, ਠੀਕ ਹੈ ਜੀ। ਸਿੱਖ ਨਹੀਂ ਮੰਨਦੇ। ਜਿੱਥੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਨਾ ਇਹ ਬਿੱਟੂ ਸਾਹਿਬ ਜੀ, ਉਸੇ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਤਬਾਹ ਕੀਤਾ। ਕਿਉਂ ਜਾ ਕੇ ਮੱਥਾ ਟੇਕਣਾ ਬੰਦ ਕਰ ਦਿਓ ਤੁਸੀਂ ਦਰਬਾਰ ਸਾਹਿਬ 'ਚ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਨਾ ਇੱਕ ਕੁਆਲਿਟੀ ਹੈਗੀ ਆ, ਉਹ ਹਿਸਟਰੀ ਦੇ ਗੋਲਡ ਮੈਡਲਿਸਟ ਹੈਗੇ ਆ, ਪੜ੍ਹੇ ਲਿਖੇ ਇਨਸਾਨ ਹੈਗੇ ਆ। ਇਹਨਾਂ ਵਰਗੇ ਨਹੀਂ ਹੈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਦੇਵ ਮਾਨ ਵਰਗੇ ਜਿਹੜੇ ਬਸ ਟਵੀਟ ਤੇ ਟਵੀਟ ਛੱਡੀ ਜਾਂਦੇ ਆ। 92 ਵਿਧਾਇਕ ਆਏ ਸੀਗੇ। ਇਹ ਜਿਹੜੇ ਵਿਧਾਇਕ ਜਦੋਂ ਬਣ ਜਾਂਦੇ ਆ ਨਾ, ਇਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ। ਐਂਡ ਜਦੋਂ ਦਿੱਲੀ ਦੇ ਗੋਡੇ ਹੇਠ ਹੀ ਲੱਗਣਾ ਸੀਗਾ, ਤੇ ਫਿਰ ਜਿਹੜੀਆਂ ਇਹਨਾਂ ਨੇ ਗਰੰਟੀਆਂ, ਪਹਿਲਾਂ ਵਾਅਦੇ ਕਹਿੰਦੇ ਸੀਗੇ, ਹੁਣ ਗਰੰਟੀਆਂ ਕਹਿੰਦੇ ਅਸੀਂ ਤਾਂ ਕੋਈ ਵਾਅਦਾ ਨਹੀਂ ਕੀਤਾ, ਨਾ ਕੋਈ ਗਰੰਟੀ ਕੀਤੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ 에ਅਰ ਦੇ ਨਾਲ, ਤੇ ਮੈਂ ਹਾਂ ਪ੍ਰਿੰਸ ਭਾਰਦਵਾਜ। ਇੱਕ ਬੜੇ ਇਤਿਹਾਸਕ ਜੇ ਮੋੜ ਦੇ ਵਿੱਚ ਪਹੁੰਚਿਆ ਹੋਇਆ ਪੰਜਾਬ, ਕਿਉਂਕਿ ਸੰਗਰੂਰ ਦੀ ਜ਼ਿਮਨੀ ਚੋਣ ਜਿਹੜੀ ਸੰਸਦ ਮੈਂਬਰ ਦੇ ਲਈ ਸੀ, ਉਹ ਬਿਲਕੁਲ ਧਾਰਾ ਦੇ ਪ੍ਰਵਾਹ ਦੇ ਉਲਟ ਜਾਂਦੇ ਹੋਏ, ਜਿੱਥੇ ਇੱਕ ਪਾਸੇ ਮੌਜੂਦਾ ਪੰਜਾਬ ਸਰਕਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ 92 MLA ਪੂਰੀ ਫਾਰਮ ਦੇ ਵਿੱਚ ਨੇ, ਜਾਂ ਪੂਰੀ ਯੂਨਿਟੀ ਦੇ ਨਾਲ ਉਹਨਾਂ ਨੇ ਇਸ ਵਾਰੀ ਸਰਕਾਰ ਬਣਾਈ ਹੋਈ ਹੈ। ਸੰਗਰੂਰ, ਜਿਸ ਨੂੰ ਕਿ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਰਾਜਧਾਨੀ ਕਹਿੰਦੀ ਹੈ, ਔਰ ਹਮੇਸ਼ਾ ਤੋਂ ਇਹ ਦਾਅਵਾ ਕੀਤਾ ਕਿ ਕਦੇ ਵੀ ਆਮ ਆਦਮੀ ਪਾਰਟੀ ਸੰਗਰੂਰ ਤੋਂ ਨਹੀਂ ਹਾਰੇਗੀ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਲੋਕਾਂ ਨੇ, ਕੌਮ ਨੇ ਐਸਾ ਭਰੋਸਾ ਕੀਤਾ ਕਿ 1% ਜਿੱਤ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਹੋਈ। 18 ਤਾਰੀਖ ਨੂੰ, ਆਉਣ ਵਾਲੀ 18 ਜੁਲਾਈ ਨੂੰ ਮਾਨ ਸਾਹਿਬ ਨੇ ਸੰਸਦ ਦੇ ਵਿੱਚ ਬਤੌਰ ਸੰਸਦ ਮੈਂਬਰ ਸਹੁੰ ਚੁੱਕਣੀ ਹੈ, ਪਰ ਉਹ ਸਹੁੰ ਚੁੱਕਣ ਤੋਂ ਪਹਿਲਾਂ ਹੀ ਇੱਕ ਰੇੜਕਾ ਪੈ ਗਿਆ। ਉਹ ਰੇੜਕਾ ਕੀ ਪਿਆ ਹੈ? ਮਾਨ ਸਾਹਿਬ ਨੇ ਕੱਲ੍ਹ ਹਰਿਆਣਾ ਦੇ ਵਿੱਚ ਬਿਆਨ ਦਿੱਤਾ ਕਿ ਜੇਕਰ ਮੈਨੂੰ 3 ਫੁੱਟੀ ਵੱਡੀ ਕਿਰਪਾਨ ਜਿਹੜੀ ਹੈ ਉਹ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੰਸਦ ਭਵਨ ਦੇ ਵਿੱਚ, ਤਾਂ ਮੈਂ ਸਹੁੰ ਨਹੀਂ ਚੁੱਕਾਂਗਾ। ਬਹੁਤ ਵੱਡਾ ਮਸਲਾ ਹੈ। ਕੀ ਸੰਗਰੂਰ ਦੇ ਲੋਕਾਂ ਨੂੰ ਉਹਨਾਂ ਦਾ ਚੁਣਿਆ ਹੋਇਆ MP ਮਿਲ ਪਾਏਗਾ, ਜਾਂ ਫਿਰ ਜਿਹੜਾ ਇੱਕ ਪਹਿਲਾ ਇਤਿਹਾਸਕ ਪਹਿਲੂ ਸੀ ਕਿ ਪਹਿਲਾਂ ਵੀ ਕਿਰਪਾਨ ਦੇ ਮਸਲੇ ਦੇ ਉੱਤੇ ਮਾਨ ਸਾਹਿਬ ਅੰਦਰ ਨਹੀਂ ਗਏ ਸਨ। ਸਾਰੀਆਂ ਗੱਲਾਂ ਬਾਤਾਂ ਨੂੰ ਐਡਰੈਸ ਕਰਨ ਦੇ ਲਈ ਸਾਡੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਦੋਤਾ ਸਾਹਿਬ ਮਿਸਟਰ ਗੋਬਿੰਦ ਸਿੰਘ ਸੰਧੂ ਨੇ। ਆਓ ਪਹਿਲਾਂ ਸਵਾਗਤ ਕਰਦੇ ਹਾਂ। ਸੰਧੂ ਸਾਹਿਬ, ਸਵਾਗਤ ਹੈ ਔਨ 에ਅਰ ਤੇ, ਜੀ ਆਇਆਂ ਨੂੰ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਕੀ ਰੇੜਕਾ ਪਾਲਿਆ ਮਾਨ ਸਾਹਿਬ ਨੇ? ਮਾਨ ਸਾਹਿਬ ਕਹਿੰਦੇ ਕਿ ਜੇ ਕਿਰਪਾਨ ਨਹੀਂ ਜਾਏਗੀ, ਹਾਲਾਂਕਿ ਛੋਟੀ ਸ੍ਰੀ ਸਾਹਿਬ ਵੀ ਹੈ, ਜੇ ਕਿਰਪਾਨ ਨਹੀਂ ਜਾਂਦੀ ਤਾਂ ਮੈਂ ਸੰਸਦ ਭਵਨ ਦੇ ਵਿੱਚ ਦਾਖਲ ਨਹੀਂ ਹੋਵਾਂਗਾ, ਮੈਂ ਸਹੁੰ ਨਹੀਂ ਚੁੱਕਾਂਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋਈ ਰੜਕਾ ਨਹੀਂ ਪਾਇਆ।
ਐਂਡ ਜੇ ਤੁਸੀਂ ਉਹਨਾਂ ਦਾ ਬਿਆਨ ਧਿਆਨ ਨਾਲ ਦੇਖੋਗੇ, ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਸੰਸਦ ਨਹੀਂ ਜਾਣਗੇ। ਜੀ, ਉਹਨਾਂ ਨੇ ਕਿਹਾ ਕਿ ਮੈਂ ਆਪ ਦੀ ਕਿਰਪਾਨ ਲੈ ਕੇ ਸੰਸਦ 'ਚ ਜਾਊਂਗਾ। ਇਹ ਨਹੀਂ ਕਿਤੇ ਕਿਹਾ ਕਿ ਜੇ ਨਹੀਂ ਜਾਣ ਦਿੱਤਾ ਫਿਰ ਮੈਂ ਅੰਦਰ ਨਹੀਂ ਜਾਊਂਗਾ। ਦੂਜੀ ਚੀਜ਼, ਇਹ ਨਹੀਂ ਕਿਹਾ, ਮਤਲਬ ਇਹ ਤੁਸੀਂ ਕਲੈਰੀਫਾਈ ਕਰ ਰਹੇ ਹੋ ਕਿ ਬਿਲਕੁਲ ਕਰ ਰਿਹਾ ਹਾਂ। ਇਹ ਵੀਡੀਓ ਤੇ ਵੀ ਆਪਾਂ ਕਲੈਰੀਫਾਈ ਕਰ ਸਕਦੇ ਹਾਂ। ਜੀ, ਤੇ ਦੂਜੀ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਰਿੜਕਾ ਇਹ ਸੰਵਿਧਾਨ ਦਾ ਜੇ ਕੋਈ ਪਾਊਗਾ ਉਹ ਹੁਣ 18 ਤਰੀਕ ਨੂੰ ਦੇਖਿਆ ਜਾਊਗਾ ਕੌਣ ਪਾਊਗਾ ਰਿੜਕਾ। ਗੱਲ ਇਹ ਹੈ ਕਿ ਸੰਵਿਧਾਨ ਦੀ ਧਾਰਾ 25 ਕਨਸਟੀਟਿਊਸ਼ਨ ਦੀ ਆਰਟੀਕਲ 25 ਇਹ ਕਹਿੰਦੀ ਹੈ ਕਿ ਇੱਕ ਸਿੱਖ ਆਪ ਦੀ ਕਿਰਪਾਨ ਪਾ ਵੀ ਸਕਦਾ ਤੇ ਕੈਰੀ ਵੀ ਕਰ ਸਕਦਾ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਸਿੱਖ ਵੀ ਹੈ, ਠੀਕ ਹੈ ਜੀ। ਦੂਜੀ ਚੀਜ਼, ਉਹ ਕੈਰੀ ਵੀ ਕਰ ਸਕਦੇ ਆ। ਹੁਣ ਕੈਰੀ ਕਰਨ ਦਾ ਇਹ ਮਤਲਬ ਹੈਗਾ ਕਿ ਜਿਹੜੀ ਦੇਸ਼ ਦੀ ਅੱਜ ਦੀ ਹਕੂਮਤ ਹੈ ਉਹ ਦੇਖਣ ਵਾਲਾ ਹੋਊਗਾ ਕਿ 18 ਤਰੀਕ ਨੂੰ ਉਹ ਰਿੜਕਾ ਪਾਉਂਦੇ ਆ ਕਿ ਨਹੀਂ ਪਾਉਂਦੇ। ਤੁਹਾਨੂੰ ਡਾਊਟ ਇਹ ਹੈ ਕਿ ਸ਼ਾਇਦ ਸੈਂਟਰ ਗਵਰਨਮੈਂਟ ਜਾਂ ਭਾਰਤੀ ਜਨਤਾ ਪਾਰਟੀ ਮਾਨ ਸਾਹਿਬ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ, ਉਹਨਾਂ ਨੂੰ ਇਜਾਜ਼ਤ ਨਹੀਂ ਦੇਗੀ ਕਿ ਤੁਸੀਂ ਆਪਣੀ ਕਿਰਪਾਨ ਮਾਫ ਕਰਨਾ ਕਿ ਆਰਟੀਕਲ 25 ਦੇ ਜਿਹੜੇ ਅੰਗੇਸ ਜਿਹੜਾ ਉਹਨਾਂ ਨੂੰ ਹੱਕ ਮਿਲਦਾ ਹੈ, ਉਹ ਤੁਹਾਨੂੰ ਲੱਗਦਾ ਕਿ ਉਹ ਹੱਕ ਖੋਣ ਦੀ ਕੋਸ਼ਿਸ਼ ਕਰਨਗੇ? ਜੇ ਉਹ ਸੂਝਵਾਨ ਹੈਗੇ ਆ ਤੇ ਨਹੀਂ ਕਰਨਗੇ, ਜੇ ਉਹ ਕਰਨਗੇ ਤੇ ਫਿਰ ਇਹਦਾ ਇਹ ਮਤਲਬ ਹੋਊਗਾ ਕਿ ਜਿਹੜੀ ਅੱਜ ਦੀ ਮੌਜੂਦਾ ਦਿੱਲੀ ਦੀ ਸਰਕਾਰ ਹੈ ਜੀ ਤੇ ਦੇਸ਼ ਦੀ ਹਕੂਮਤ ਹੈ ਉਹ ਸੰਵਿਧਾਨ 'ਚ ਹੀ ਨਹੀਂ ਭਰੋਸਾ ਕਰਦੀ, ਨਾ ਸੰਵਿਧਾਨ ਨੂੰ ਮੰਨਦੀ ਹੈ। ਐਂਡ ਜੇ ਸੰਵਿਧਾਨ ਨੂੰ ਨਹੀਂ ਮੰਨਦੀ ਫਿਰ ਜਿਹੜਾ ਵੀ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਕ੍ਰਿਮੀਨਲ ਹੁੰਦਾ ਜੀ, ਠੀਕ ਹੈ ਜੀ। ਤੇ ਉਹਨਾਂ ਦਾ ਪੂਰਾ ਹੱਕ ਹੈਗਾ ਲੈ ਕੇ ਜਾਣ ਦਾ, ਉਹ ਆਪ ਦਾ ਹੱਕ ਪੂਰਾ ਯੂਜ਼ ਕਰਨਗੇ ਤੇ ਆਪ ਦੀ ਕਿਰਪਾਨ, ਆਪ ਦੀ ਇਹ ਧਾਰਮਿਕ ਨਿਸ਼ਾਨੀ ਲੈ ਕੇ ਜਾਣਗੇ। ਜੇ ਨਹੀਂ ਲੈ ਕੇ ਜਾਣ ਦਿੱਤਾ ਫਿਰ ਇਸ ਦੇਸ਼ ਦੀ ਹਕੂਮਤ ਇਹੋ ਜਿਹੀ ਹੈਗੀ ਹੈ ਜਿਹੜੀ ਆਪ ਦੀ ਸੰਵਿਧਾਨ 'ਚ ਨਹੀਂ ਮੰਨਦੀ ਤੇ ਇਹ ਧਰਮ ਦੀ ਬੇਅਦਬੀ ਵੀ ਕਰਨ ਨੂੰ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਸੰਸਦ ਦੇ ਵਿੱਚ ਜਦੋਂ ਚਲੋ ਇਹ 18 ਤਰੀਕ ਨੂੰ ਦੇਖਣਾ ਹੋਏਗਾ, ਭਵਿੱਖ ਦੇ ਗਰਭ ਦੇ ਵਿੱਚ ਕੀ ਪਿਆ ਹੈ ਇਹ ਨਾ ਤੁਸੀਂ ਜਾਣਦੇ ਹੋ, ਨਾ ਮੈਂ ਜਾਣਦਾ, ਨਾ ਮਾਨ ਸਾਹਿਬ ਜਾਣਦੇ ਨੇ। ਜਦੋਂ ਵਕਤ ਆਏਗਾ ਉਦੋਂ ਪਤਾ ਚੱਲੇਗਾ। ਮਾਨ ਸਾਹਿਬ ਨੂੰ ਬਹੁਤ ਵੱਡੀ ਲੋਕਾਂ ਨੇ ਜ਼ਿੰਮੇਵਾਰੀ ਸੌਂਪ ਦਿੱਤੀ ਹੈ, ਸੰਗਰੂਰ ਦੇ ਲੋਕਾਂ ਨੇ। ਔਰ ਹਾਲਾਂਕਿ ਮਾਨ ਸਾਹਿਬ ਦਾ ਇਹ ਸ਼ਿਕਵਾ ਰਿਹਾ ਪਹਿਲਾਂ ਤੋਂ ਕਿ ਮੇਰੀ ਕੌਮ ਮੈਨੂੰ ਹਰਾ ਦਿੰਦੀ ਹੈ। ਇਸ ਵਾਰ ਕੌਮ ਨੇ ਜਿਤਾਇਆ। ਸਾਰੀ ਆਮ ਆਦਮੀ ਪਾਰਟੀ ਦੀ ਸਰਕਾਰ, 2 ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ, 92 ਦੇ 92 ਵਿਧਾਇਕ ਜਿਨ੍ਹਾਂ ਦੇ ਵਿੱਚੋਂ ਮੰਤਰੀ ਵੀ ਨੇ, ਸਾਰੇ ਦੇ ਸਾਰੇ ਦਿੱਲੀ ਦੇ ਕਈ ਸਾਰੇ ਮੰਤਰੀ ਸੰਗਰੂਰ ਦੇ ਵਿੱਚ ਪ੍ਰਚਾਰ ਕਰਨ ਲਈ ਆਏ। ਬਹੁਤ ਵੱਡੇ ਵੱਡੇ ਰੋਡ ਸ਼ੋਜ਼ ਕੱਢੇ ਗਏ। ਪਰ ਉਸ ਦੇ ਉਲਟ ਹੋਇਆ ਕਿ ਉਹਨਾਂ ਦੇ ਆਪਣੇ ਕਈ ਐਮਐਲਏਆਂ ਦੇ ਹਲਕੇ ਜਿਹੜੇ ਆ ਉੱਥੋਂ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਾਰਦੀ ਹੈ। ਕੀ ਮੁੱਖ ਕਾਰਨ ਕੀ ਮੰਨਦੇ ਹੋ? ਕਿਹੜੀਆਂ ਚੀਜ਼ਾਂ ਨੇ, ਕਿਹੜੇ ਸੋਰਸਸ ਸੀ, ਕਿਹੜੀਆਂ ਫੋਰਸਸ ਸੀ ਜਿਨ੍ਹਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਚੁਣਨ ਦੇ ਵਿੱਚ ਜਾਂ ਕਾਮਯਾਬ ਹੋਣ ਦੇ ਵਿੱਚ ਰੋਲ ਅਦਾ ਕੀਤਾ? ਪਹਿਲੀ ਗੱਲ ਤਾਂ ਜਿਵੇਂ 92 ਵਿਧਾਇਕ ਆਏ ਸੀਗੇ, ਇਹ ਜਿਹੜੇ ਵਿਧਾਇਕ ਜਦੋਂ ਬਣ ਜਾਂਦੇ ਆ ਨਾ, ਇਹਨਾਂ ਨੂੰ ਗਰਮੀ ਬਹੁਤ ਲੱਗਦੀ ਆ ਤੇ ਉਹਨਾਂ ਦਿਨਾਂ 'ਚ ਗਰਮੀ ਬਹੁਤ ਜ਼ਿਆਦਾ ਸੀਗੀ ਜੀ। ਇਹ ਘੱਟ ਬਾਹਰ ਨਿਕਲਦੇ ਆ, ਹੋਟਲ ਦੇ ਅੰਦਰ ਮੀਟਿੰਗਾਂ ਕਰਦੇ ਆ। ਅਸੀਂ ਤਾਂ ਬੜੇ ਘੱਟ ਵਾਰੀ ਇਹਨਾਂ ਨੂੰ ਦੇਖਿਆ ਫੀਲਡ 'ਚ, ਪਿੰਡਾਂ 'ਚ ਇਕੱਠ ਕਰਦੇ ਹੋਵੇ ਜਾਂ ਲੋਕਾਂ ਕੋਲੇ ਜਾ ਕੇ ਮਿਲਦੇ ਹੋਣ, ਠੀਕ ਹੈ ਜੀ। ਤੇ ਜਿਹੜੀ ਛਵੀ ਆਮ ਆਦਮੀ ਪਾਰਟੀ ਨੇ, ਸਰਦਾਰ ਭਗਵੰਤ ਸਿੰਘ ਮਾਨ ਨੇ ਇਲੈਕਸ਼ਨਸ ਤੋਂ ਪਹਿਲਾਂ, ਵਿਧਾਨ ਸਭਾ ਦੀ ਇਲੈਕਸ਼ਨਸ ਤੋਂ ਪਹਿਲਾਂ ਪੇਸ਼ ਕੀਤੀ ਸੀਗੀ, ਉਸੇ ਛਵੀ 'ਚ ਲੋਕ ਉਹਨਾਂ ਨੂੰ ਦੇਖਣਾ ਚਾਹੁੰਦੇ ਸੀਗੇ ਜੀ। ਤੇ ਉਸ ਛਵੀ 'ਚ ਲੋਕਾਂ ਨੇ ਉਹਨਾਂ ਨੂੰ ਨਹੀਂ ਦੇਖਿਆ ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਕੰਮ ਰਵਾਇਤੀ ਪਾਰਟੀਆਂ ਕਰਦੀਆਂ ਸੀਗੀਆਂ ਉਹੀ ਕੰਮ ਇਹ ਲੋਕ ਕਰ ਰਹੇ ਹੈਗੇ ਆ ਤੇ ਇਹ ਬਦਲਾਅ ਤਾਂ ਅਸੀਂ ਚੁਣਿਆ ਨਹੀਂ ਸੀਗਾ ਜੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਹੁਣ ਰਾਘਵ ਚੱਡਾ ਜੀ ਨੂੰ ਸੁਪਰ ਚੀਫ ਮਿਨਿਸਟਰ ਐਲਾਨ ਕੀਤਾ ਇਹਨਾਂ ਨੇ। ਇਹ ਚੀਜ਼ ਕਾਂਗਰਸ 'ਚ ਵੀ ਸੀਗੀ। ਤੁਸੀਂ ਨਵੀਂ ਟਰਮ ਯੂਜ਼ ਕਰਤੀ, ਸੁਪਰ ਚੀਫ ਮਿਨਿਸਟਰ, ਕਿਉਂਕਿ ਇਹ ਸੁਰੇਸ਼ ਕੁਮਾਰ ਜੀ ਲਈ ਵਰਤਿਆ ਜਾਂਦਾ ਸੀ ਸ਼ਬਦ, ਜੇ ਤੁਹਾਨੂੰ ਯਾਦ ਹੈ ਜੀ, ਮਹਾਰਾਜਾ ਸਾਹਿਬ ਦੀ ਸਰਕਾਰ 'ਚ। ਹੁਣ ਉਸ ਤੋਂ ਬਾਅਦ ਚੰਨੀ ਸਾਹਿਬ ਆਏ ਤੇ ਉਹਨਾਂ ਦੇ ਸਿਰ ਤੇ ਉੱਤੇ ਕਿਹਨੂੰ ਬਿਠਾਇਆ ਸੀਗਾ? ਹਰੀਸ਼ ਚੌਧਰੀ ਨੂੰ ਜੀ, ਠੀਕ ਹੈ ਜੀ। ਲੋਕਾਂ ਨੇ ਇੱਥੇ ਸਰਕਾਰ ਬਣਾਈ ਹੈਗੀ ਹੈ ਪੰਜਾਬੀਆਂ ਦੀ। ਇਹ ਪੰਜਾਬ ਹੈ ਜੀ। ਪੰਜਾਬ ਦੇ ਮਸਲੇ ਦਿੱਲੀ ਨੂੰ ਨਹੀਂ ਸਮਝ ਆਉਂਦੇ, ਨਾ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆ, ਠੀਕ ਹੈ ਜੀ। ਐਂਡ ਜਦੋਂ ਦਿੱਲੀ ਦੇ ਗੋਡੇ ਹੇਠ ਹੀ ਲੱਗਣਾ ਸੀਗਾ ਤੇ ਫਿਰ
ਜਿਹੜੀਆਂ ਇਹਨਾਂ ਨੇ ਗਰੰਟੀਆਂ, ਪਹਿਲਾਂ ਵਾਅਦੇ ਕਹਿੰਦੇ ਸੀਗੇ, ਹੁਣ ਗਰੰਟੀਆਂ ਕਹਿੰਦੇ ਅਸੀਂ ਤਾਂ ਕੋਈ ਵਾਅਦਾ ਨਹੀਂ ਕੀਤਾ, ਨਾ ਕੋਈ ਗਰੰਟੀ ਕੀਤੀ ਹੈ, ਫੇਰ ਵੀ ਇਹਨਾਂ ਦਾ ਚਿਕਨਾ ਚੂਰ ਕੀਤਾ। ਇਹਦਾ ਕੀ ਕਾਰਨ ਹੈਗਾ? ਕਿਉਂਕਿ ਲੋਕ ਅੱਜ ਸਿਧਾਂਤਕ ਹੋ ਗਏ ਆ। ਖਾਸ ਕਰ ਜਿਹੜੀ ਨੌਜਵਾਨ ਪੀੜ੍ਹੀ ਹੈ, ਜਿਹੜੇ ਨਵੇਂ ਵੋਟਰ ਹੈਗੇ ਆ 18 ਸਾਲ ਤੋਂ ਲੈ ਕੇ 35 ਸਾਲ ਦੇ, ਉਹ ਸਾਰੇ ਅੱਜ ਸਿਧਾਂਤਕ ਹੋ ਚੁੱਕੇ ਹੈਗੇ ਆ। ਇਹਦੇ ਬਹੁਤ ਕਾਰਨ ਹੈਗੇ ਆ। ਇੱਥੇ ਬਾਈ ਦੀਪ ਸਿੰਘ ਸਿੱਧੂ ਦਾ ਬਹੁਤ ਵੱਡਾ ਰੋਲ ਹੈ। ਸਿੱਧੂ ਮੂਸੇਵਾਲੇ ਦੇ ਆਰਟਿਸਟਰੀ ਰਾਹੀਂ, ਉਹਨਾਂ ਦੇ ਗੀਤ ਰਾਹੀਂ ਲੋਕਾਂ 'ਚ ਬਹੁਤ ਜਾਗਰੂਕਤਾ ਆਈ ਹੈ ਪੰਜਾਬ ਦੇ ਮਸਲਿਆਂ ਨੂੰ ਲੈ ਕੇ। ਤੇ ਜਿਹੜੀ ਚੀਜ਼ ਬਜ਼ੁਰਗ ਜਰਨੈਲ ਕੌਮ ਦੇ ਜਾਂ ਬਜ਼ੁਰਗ ਜਥੇਦਾਰ ਆਪ ਦੇ ਨੌਜਵਾਨੀ 'ਚ ਪੇਸ਼ ਕਰਨ 'ਚ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਸੀਗੇ, ਜਾਂ ਨੌਜਵਾਨਾਂ ਨੂੰ ਉਹਨਾਂ ਦੀ ਗੱਲ ਨਹੀਂ ਜੱਚ ਰਹੀ ਸੀਗੀ। ਜਨਰੇਸ਼ਨ ਗੈਪ ਕਹਿ ਸਕਦੇ ਹਾਂ। ਬਿਲਕੁਲ। ਜਦੋਂ ਨੌਜਵਾਨਾਂ ਦੇ ਹੀਰੋਜ਼ ਨੇ ਉਹ ਗੱਲ ਕਰਨੀ ਸ਼ੁਰੂ ਕੀਤੀ ਸਿਧਾਂਤਾਂ ਦੀ, ਤੇ ਫਿਰ ਨੌਜਵਾਨੀ ਨੇ ਫੈਸਲਾ ਕੀਤਾ, ਚਾਹੇ ਗਰੰਟੀ ਹੋਵੇ ਨਾ ਹੋਵੇ, ਚਾਹੇ ਦਾਲ ਚੀਨੀ ਆਟਾ ਬਿਜਲੀ। ਹੁਣ ਬਿਜਲੀ ਨਾਲ ਇਹਨਾਂ ਨੇ ਦੇਖ ਲਿਆ ਕਿ ਪਹਿਲਾਂ ਕਹਿੰਦੇ ਸੀਗੇ ਸਾਰਿਆਂ ਲਈ ਮੁਫਤ, ਹੁਣ ਕਹਿੰਦੇ ਆ ਕਿ ਇਸ ਵਰਗ ਲਈ, SC ਵਰਗ ਲਈ, BC ਵਰਗ ਲਈ। ਸਾਡੇ ਗੁਰੂਆਂ ਨੇ ਸਿਖਾਇਆ ਕਿ ਬਰਾਬਰਤਾ ਹੈ। ਕੋਈ SC ਜੱਟ ਸਿੱਖ, ਮਜ਼ਬੀ ਸਿੱਖ, ਹਿੰਦੂ ਵੀਰ, ਮੁਸਲਮਾਨ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਹਰਿਆਣਵੀਆਂ 'ਚ ਤੇ ਪੰਜਾਬੀਆਂ 'ਚ ਕੋਈ ਫਰਕ ਨਹੀਂ ਹੈਗਾ। ਪਰ ਇਹ ਮੌਜੂਦਾ ਸਿਆਸਤਦਾਨ ਇਹ ਫਰਕ ਪਾਉਂਦੇ ਨੇ ਹਰ ਚੀਜ਼ 'ਚ, ਹਰੇਕ ਪੋਲਿਸੀ 'ਚ। ਇਹ ਬਿਜਲੀ ਦੀ ਪਾਲਿਸੀ ਕੱਢਣਗੇ, ਉਹਦੇ 'ਚ ਵਖਰੇਵੇਂ ਪਾਉਣਗੇ, ਠੀਕ ਹੈ। ਫਿਰ ਅੱਡ ਮਜ਼ਹਬਾਂ ਦੇ ਲੋਕ ਨੈਚੁਰਲੀ ਗਾਲਾਂ ਕੱਢਣਗੇ ਕਿ ਯਾਰ ਇਹਨਾਂ ਨੇ SCਆਂ ਨੇ ਕੀ ਕੀਤਾ ਜਿਹੜੀ ਇਹਨਾਂ ਨੂੰ ਫ੍ਰੀ ਦੀ ਮਿਲਣੀ, ਸਾਨੂੰ ਕਿਉਂ ਨਹੀਂ ਮਿਲਣੀ ਚਾਹੀਦੀ। ਇਹ ਬਹੁਤ ਗੰਦੀ ਸਾਜ਼ਿਸ਼ ਹੈ, ਗੰਦੀ ਰਾਜਨੀਤੀ, ਡਿਵਾਈਡ ਐਂਡ ਰੂਲ ਕਹਿੰਦੇ ਆ, ਜਿਹੜੇ ਗੋਰਿਆਂ ਨੇ ਕੀਤਾ ਸੀਗਾ ਸਾਡੇ ਨਾਲ, ਠੀਕ ਹੈ ਜੀ। ਇਹ ਡਿਵਾਈਡ ਐਂਡ ਰੂਲ ਦੀ ਸਟ੍ਰੈਟਜੀ ਤੇ ਇਹ ਚੱਲ ਰਹੇ ਹੈਗੇ ਆ। ਤੇ ਲੋਕ ਹੁਣ ਬਹੁਤ ਸਿਆਣੇ ਹੋ ਗਏ ਆ, ਕਿਉਂਕਿ ਹੁਣ ਜਿਵੇਂ ਤੁਹਾਡਾ ਓਨਰ ਹੈ, ਰੋਜ਼ ਲੋਕ ਵੀਡੀਓਜ਼ ਦੇਖਦੇ ਹੈਗੇ ਆ, ਠੀਕ ਹੈ ਜੀ। ਫੋਨ ਸਾਰਿਆਂ ਕੋਲੇ ਹੈਗੇ ਆ, ਐਂਡ ਮੂੰਹ ਤੋਂ, ਲੋਕਾਂ ਦੇ ਮੂੰਹ ਤੋਂ ਪਤਾ ਲੱਗ ਜਾਂਦਾ ਕੌਣ ਗੋਲ ਕਮਾ ਕੇ ਗੱਲ ਕਰ ਰਿਹਾ, ਕੌਣ ਸਿੱਧਾ ਤੀਰ ਛੱਡ ਰਿਹਾ। ਤੁਸੀਂ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਸੀ, ਹਾਂਜੀ। ਤੁਹਾਨੂੰ ਪਤਾ ਯਾਦ ਵੀ ਹੋਏਗਾ, ਔਰ ਉਹ ਵੀਡੀਓਜ਼ ਵੀ ਹੈਗੀਆਂ ਨੇ। ਮਾਨ ਸਾਹਿਬ ਦੇ ਜਿੱਤਣ ਤੋਂ ਬਾਅਦ ਮਾਨ ਸਾਹਿਬ ਦੀ ਇੱਕ ਬਾਈਟ ਸਾਹਮਣੇ ਆਉਂਦੀ ਆ, ਔਰ ਨੈਸ਼ਨਲ ਮੀਡੀਆ ਨੇ ਉਸ ਬਾਈਟ ਨੂੰ ਬਹੁਤ ਚਲਾਇਆ। ਮਾਨ ਸਾਹਿਬ ਕਹਿੰਦੇ ਕਿ ਸ਼ਹੀਦ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਹੋਰਾਂ ਦਾ ਜਿਹੜਾ ਮਰਨਾ ਹੈ, ਜਾਂ ਉਹਨਾਂ ਦੀ ਸ਼ਹਾਦਤ ਜਿਹੜੀ ਹੈ, ਉਸ ਨਾਲ ਫਾਇਦਾ ਹੋਇਆ ਹੈ। ਉਸ ਨੂੰ ਕਈ ਲੋਕਾਂ ਨੇ ਨੈਗੇਟਿਵ ਵੇ ਦੇ ਵਿੱਚ ਲਿਆ ਕਿ ਇਹਨਾਂ ਨੇ ਆਪਣੀ ਜਿੱਤ ਦਾ ਉਹਨਾਂ ਦੀ ਮੌਤ ਦੇ ਨਾਲ ਫਾਇਦੇ ਦਾ ਤੁਲਨਾ ਕੀਤੀ ਹੈ, ਉਸ ਦੀ ਬਰਾਬਰ। ਬਹੁਤ ਜ਼ਿਆਦਾ ਗੰਦੀ ਗੱਲ ਹੈ ਇਹ। ਜਿਵੇਂ ਤੁਸੀਂ ਬਿਲਕੁਲ ਸੁਣੀਏ, ਜਿਵੇਂ ਤੁਸੀਂ ਬਾਈਟ ਸ਼ਬਦ ਵਰਤਿਆ, ਬਾਈਟ ਨਿਕਲਦੀ ਹੈ ਇੱਕ ਵੱਡੀ ਵੀਡੀਓ ਵਿੱਚੋਂ, ਛੋਟੀ ਜੀ ਬਾਈਟ। ਇਹ ਕਦੋਂ ਨਿਕਲਦੀ ਹੈ? ਹੁਣ ਮਾਨ ਸਾਹਿਬ ਨੇ ਜਾਂ ਤਾਂ ਆਪ ਲਾਈਵ ਕਹਿ ਕੇ ਕਿਹਾ ਹੋਵੇ, ਜਦੋਂ ਕਈ ਪੱਤਰਕਾਰ ਆ ਕੇ ਮੂੰਹ 'ਚ ਸ਼ਬਦ ਪਾ ਦੇਣ ਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਤੁਹਾਨੂੰ ਕੀ ਫਾਇਦਾ ਮਿਲਿਆ, ਜਾਂ ਫਾਇਦਾ ਮਿਲਿਆ ਕਿ ਨਹੀਂ ਮਿਲਿਆ, ਠੀਕ ਹੈ ਜੀ। ਤੇ ਉਹਨੂੰ ਫਿਰ ਉਨਾ ਕੀ ਪੇਸ਼ ਕਰ ਦੇਣ। ਕੋਈ ਇਹੋ ਜਿਹਾ ਪਾਗਲ ਹੀ ਇਨਸਾਨ ਹੋਵੇ ਜਿਹੜਾ ਕਹੂਗਾ ਕਿ ਇਸ ਬੰਦੇ ਦੇ ਮਰਨ ਨਾਲ ਮੈਨੂੰ ਫਾਇਦਾ ਹੋਇਆ। ਚਾਹੇ ਤੁਹਾਡਾ ਦੁਸ਼ਮਣ ਵੀ ਮਰ ਜੇ, ਤੁਹਾਡਾ ਥੋੜੀ ਨਾ ਫਾਇਦਾ ਹੋਣਾ ਹੈ ਉਹਦੇ ਮਰਨ ਨਾਲ, ਠੀਕ ਹੈ ਜੀ। ਅਸੀਂ ਸਾਰਿਆਂ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ। ਦੀਪ ਸਿੰਘ ਸਿੱਧੂ ਜੀ ਤੇ ਮੂਸੇਵਾਲੇ ਸਾਹਿਬ ਦੇ ਗੀਤ ਕਰਕੇ, ਉਹਨਾਂ ਦਾ ਨੈਰੇਟਿਵ ਕਰਕੇ, ਜਿਵੇਂ ਉਹਨਾਂ ਦੀ ਨਜ਼ਾਕਤ ਸੀਗੀ ਲੋਕਾਂ 'ਚ ਮੁੱਦੇ ਪੇਸ਼ ਕਰਨ ਦੀ, ਤੇ ਜਿਵੇਂ ਉਹਨਾਂ ਦੀ ਦਿਲੋਂ ਸੱਚਾਈ ਸੀਗੀ, ਉਸ ਚੀਜ਼ ਨੇ ਨੌਜਵਾਨ ਵਰਗ ਨੂੰ ਅੱਜ ਜਾਗਰੂਕ ਕੀਤਾ ਤੇ ਸਿਧਾਂਤਕ ਕੀਤਾ ਕਿ ਸਾਰੇ ਫੈਸਲੇ ਸਿਧਾਂਤਾਂ ਦੇ ਅਧੀਨ ਲਿੱਤੇ ਜਾਣ। ਤੇ ਫਿਰ ਨੌਜਵਾਨਾਂ ਨੇ ਸਿਧਾਂਤਕ ਲੀਡਰ ਲੱਭਿਆ, ਉਹਨਾਂ ਨੂੰ ਮਿਲਿਆ, ਤੇ ਉਹ ਨੌਜਵਾਨ ਪੀੜ੍ਹੀ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸਿਧਾਂਤਕ ਤੌਰ ਤੇ ਖੜੀ ਆ। ਇਹ ਕਿਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕਿਹਾ ਹੋ ਸਕਦਾ ਕਿ ਮੈਨੂੰ ਮਰਨ ਕਰਕੇ ਉਹਨਾਂ ਦਾ ਫਾਇਦਾ ਹੋਇਆ। ਗੋਬਿੰਦ ਜੀ, ਸਿਧਾਂਤ ਦੀ ਗੱਲ ਹੋ ਰਹੀ ਹੈ, ਔਰ ਇਸ ਤੋਂ ਪਹਿਲਾਂ ਜਦੋਂ ਗੱਲ ਚੱਲ ਰਹੀ ਸੀ ਸੰਵਿਧਾਨ ਦੀ ਗੱਲ ਚੱਲ ਰਹੀ ਸੀ ਕਿ ਜੇਕਰ ਮਾਨ ਸਾਹਿਬ ਨੂੰ ਉਹਨਾਂ ਦੀ ਕਿਰਪਾਨ ਨਾਲ ਨਾ ਲਿਜਾਣ ਦਿੱਤੀ ਗਈ ਤਾਂ ਉਹ ਸੰਵਿਧਾਨ ਦੀ ਉਲੰਘਣਾ ਹੋਏਗੀ, ਸੰਵਿਧਾਨ ਦੇ ਵਿੱਚ ਭਰੋਸਾ ਨਹੀਂ ਕਰ ਰਹੀ ਹੋਏਗੀ ਉਦੋਂ ਸਾਡੀ ਕੇਂਦਰੀ ਜਿਹੜੀ ਹੁਕੂਮਤ ਹੈ। ਮਾਨ ਸਾਹਿਬ ਹਮੇਸ਼ਾ ਗੱਲ ਕਰਦੇ ਆ ਖਾਲਿਸਤਾਨ ਦੀ। ਉਹ ਖਾਲਿਸਤਾਨ ਬੇਸ਼ੱਕ ਜਦੋਂ ਅਸੀਂ ਉਸ ਦੀ ਵਿਆਖਿਆ ਕਰਦੇ ਹਾਂ ਤਾਂ ਅਸੀਂ ਖਾਲਿਸ ਸ਼ੁੱਧ, ਜਿਹੜਾ ਗੁਰੂ ਸਾਹਿਬ ਨੇ ਸ਼ੁੱਧਤਾ ਦਾ ਸਾਨੂੰ ਜਿਹੜਾ ਪ੍ਰਚਾਰ ਕੀਤਾ, ਪਰ ਉਸ ਦੇ ਵਿੱਚ ਹੱਦਾਂ ਸਰਹੱਦਾਂ ਵੀ ਆਉਂਦੀਆਂ ਨੇ। ਇੱਕ ਵੱਖਰੇ ਖਿੱਤੇ ਦੀ ਵੀ ਗੱਲ ਆਉਂਦੀ ਹੈ, ਸਿੱਖਾਂ ਦੇ ਲਈ ਇੱਕ ਵੱਖਰੇ ਸੂਬੇ ਦੀ ਮੰਗ ਦੀ ਗੱਲ ਆਉਂਦੀ ਹੈ, ਜਾਂ ਵੱਖਰੇ ਦੇਸ਼ ਦੀ ਮੰਗ ਹੁੰਦੀ ਹੈ। ਮਾਨ ਸਾਹਿਬ ਜਦੋਂ 18 ਨੂੰ ਸੰਸਦ ਭਵਨ ਦੇ ਵਿੱਚ ਜਾਣਗੇ, ਜਦੋਂ ਅਸੀਂ ਇੱਕ ਪਾਸੇ ਵੱਖਰੇ ਖਿੱਤੇ ਦੀ ਗੱਲ ਕਰ ਰਹੇ ਹਾਂ, ਸਿੱਖਾਂ ਲਈ ਵੱਖਰੇ ਦੇਸ਼ ਦੀ ਗੱਲ ਕਰ ਰਹੇ ਹਾਂ, ਕੌਮ ਲਈ ਵੱਖਰੇ ਦੇਸ਼ ਦੀ ਗੱਲ ਕਰ ਰਹੇ ਹਾਂ, ਤਾਂ ਸਹੁੰ ਤਾਂ ਸਾਨੂੰ ਫਿਰ ਜਿਹੜੀ ਭਾਰਤੀ ਹਕੂਮਤ ਆ ਉਸ ਦੇ ਸੰਵਿਧਾਨ ਦੇ ਮੁਤਾਬਕ ਚੱਕਣੀ ਪਏਗੀ। ਜ਼ਰੂਰ ਚੱਕਣੀ ਪੈਣੀ ਹੈ,
ਜੇ ਮਾਨ ਸਾਹਿਬ ਫਰਾਂਸ ਦੇ ਦੌਰੇ ਤੇ ਹੋਣਗੇ ਉਹਨਾਂ ਨੂੰ ਫਰਾਂਸ ਦੇ ਨਿਯਮ ਫੋਲੋ ਕਰਨੇ ਪੈਣੇ ਆ, ਜੇ ਲੰਡਨ 'ਚ ਹੋਣਗੇ ਉੱਥੇ ਦੇ ਨਿਯਮ ਫੋਲੋ ਕਰਨੇ ਪੈਣੇ ਆ। ਆਪ ਦੀ ਸੋਚ ਰੱਖਣੀ, ਸੋਚ ਪ੍ਰਗਟ ਕਰਨੀ ਤਾਂ ਗੁਨਾਹ ਨਹੀਂ ਹੈਗਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਿਵੇਂ ਤੁਸੀਂ ਖਾਲਸ ਬੋਲਿਆ, ਸ਼ੁੱਧ ਸਥਾਨ, ਜਗ੍ਹਾ, ਇੱਕ ਸ਼ੁੱਧ ਸਥਾਨ ਨੂੰ ਤੁਸੀਂ ਅੱਤਵਾਦੀ ਨਾਲ, ਰੈਡੀਕਲਿਜ਼ਮ ਨਾਲ, ਤੁਸੀਂ ਐਕਸਟ੍ਰੀਮਿਜ਼ਮ ਨਾਲ ਜੋੜ ਦੋ, ਇਹ ਗਲਤ ਨਹੀਂ ਹੈਗਾ। ਇਹੋ ਜਿਹਾ ਪੇਸ਼ ਕਰ ਦੋ ਜਿਵੇਂ ਪਤਾ ਨਹੀਂ ਕੀ ਕਰ ਰਹੇ ਆ। ਐਂਡ ਉਹਨਾਂ ਦੀ ਪੂਰੀ ਲੜਾਈ ਸ਼ੁੱਧ ਰਹੀ ਹੈ, ਕਦੀ ਕਿਸੇ ਨੂੰ ਭੜਕਾਇਆ ਹੋਵੇ, ਕਦੀ ਕਿਸੇ ਨੂੰ ਕਿਹਾ ਹੋਵੇ ਕਿ ਯਾਰ ਤੂੰ ਮੇਰੀ ਗੱਲ ਨਹੀਂ ਮੰਨਦਾ ਜਾਂ ਤੂੰ ਮੇਰੇ ਸੋਚ ਦੀ ਨਹੀਂ ਚੱਲਦਾ, ਤੂੰ ਦਫਾ ਹੋ ਜਾ, ਇਹ ਕਿਸੇ ਨੂੰ ਕਿਹਾ ਹੋਵੇ ਜਾਂ ਕਿਸੇ ਤੇ ਆਪ ਦੀ ਸੋਚ ਥੋਪੀ ਹੋਵੇ। ਪਰ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਜਮਾਤ ਹੈ ਸਾਡੀ ਦੇਸ਼ ਦੀ ਜਿਹੜੀ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ। ਹਿੰਦੂ ਰਾਸ਼ਟਰ ਦਾ ਕੀ ਅਰਥ ਹੈ? ਐਂਡ ਇਹ ਦੇਸ਼ ਦਾ ਸੰਵਿਧਾਨ ਕਿਹਦੇ ਤੇ ਬਣਿਆ? ਦੇਸ਼ ਬਣਿਆ ਲਿਬਰਲ ਡੈਮੋਕ੍ਰੈਟਿਕ ਰਿਪਬਲਿਕ ਜੀ। ਲਿਬਰਲਿਜ਼ਮ ਦਾ ਕਨਸੈਪਟ ਕਹਿੰਦਾ ਸਾਰੇ ਧਰਮ ਬਰਾਬਰ ਹੈਗੇ, ਸਾਰਿਆਂ ਨੂੰ ਇੱਕ ਜਿਹੋ ਜਿਹੇ ਅਧਿਕਾਰ ਮਿਲਣਗੇ। ਫਰੀडम ਆਫ ਸਪੀਚ, ਰਾਈਟ ਟੂ ਐਕਸਪ੍ਰੈਸ਼ਨ ਦੀ ਵੀ ਗੱਲ ਹੈਗੀ ਹੈ। ਹੁਣ ਹਿੰਦੂ ਰਾਸ਼ਟਰ ਦਾ ਮਤਲਬ ਹੈਗਾ ਕਿ ਦੇਸ਼ 'ਚ ਰਹਿਣ ਵਾਲੇ ਸਾਰੇ ਧਰਮਾਂ ਨੂੰ, ਘੱਟ ਗਿਣਤੀ ਧਰਮਾਂ ਨੂੰ, ਸਿੱਖਾਂ ਨੂੰ, ਈਸਾਈਆਂ ਨੂੰ, ਮੁਸਲਮਾਨਾਂ ਨੂੰ ਇੱਕ ਦਿਨ ਜੇ ਇਹ ਆਪ ਦੀ ਪ੍ਰਾਪਤੀ ਪੂਰੀ ਕਰ ਲੈਂਦੇ ਆ, ਉਹਨਾਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਨਾ ਪੈਣਾ। ਜਿਵੇਂ ਪਾਰਲੀਮੈਂਟ 'ਚ ਆਨੰਦ ਮੈਰਿਜ ਐਕਟ ਲਈ ਲੜੇ ਸੀਗੇ ਪ੍ਰਧਾਨ ਸਾਹਿਬ, ਠੀਕ ਹੈ ਜੀ, ਕਿ ਅਸੀਂ ਆਨੰਦ ਕਾਰਜ 'ਚ ਵਿਸ਼ਵਾਸ ਕਰਦੇ ਹਾਂ ਸਿੱਖ, ਸਾਡਾ ਇਹ ਸੱਭਿਆਚਾਰ ਹੈ। ਸੋ ਹੁਣ ਹਿੰਦੂ ਰਾਸ਼ਟਰ ਨੂੰ ਇਹ ਗੋਦੀ ਮੀਡੀਆ ਨਾ ਤਾਂ ਐਕਸਟ੍ਰੀਮਿਸਟ ਕਹਿੰਦੀ ਹੈ, ਨਾ ਇਹਨੂੰ ਰੈਡੀਕਲ ਕਹਿੰਦੀ ਹੈ, ਨਾ ਇਹਨੂੰ ਟੈਰਰਿਜ਼ਮ ਕਹਿੰਦੀ ਹੈ। ਤੇ ਇਸ ਸੋਚ ਨੂੰ ਖਾਲਿਸਤਾਨ ਦੀ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਗੱਲ ਕਰਦੇ ਆ ਤੇ ਜਿਹੜੀ ਸਾਰੀ ਸਿੱਖ ਜਗਤ ਗੱਲ ਕਰਦੀ ਹੈ, ਇਹਨੂੰ ਤੁਸੀਂ ਐਕਸਟ੍ਰੀਮਿਜ਼ਮ ਨਾਲ, ਤੁਸੀਂ ਇਹਨਾਂ ਚੀਜ਼ਾਂ ਨਾਲ ਜੋੜ ਦਿਓ ਜਿਹਦੇ ਨਾਲ ਇਹੋ ਜਿਹਾ ਮਾਹੌਲ ਬਣ ਜਾਏ ਜਿਹਦੇ 'ਚ ਸਾਰਾ ਸਮਾਜ ਇੱਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਸੇ ਸਮਾਜ ਨੂੰ ਉਹੀ ਰਵਾਇਤੀ ਲੁੱਟ ਲੁੱਟ ਕੇ ਉਹਨਾਂ ਦਾ ਖੂਨ ਚੂਸੀ ਜਾਣ ਤੇ ਫੇਰ ਕਹਿ ਦੇਣ ਕਿ ਜੇ ਤੁਸੀਂ ਹੋਰ ਸਿਧਾਂਤਾਂ ਤੇ ਚੱਲਦੇ ਹੋ ਮਾਹੌਲ ਖਰਾਬ ਹੋ ਜਾਊਗਾ। ਮਾਹੌਲ ਇਹਨਾਂ ਨੇ ਆਪ ਤੇ 40 ਸਾਲਾਂ ਤੇ ਅੱਜ ਤੱਕ ਖਰਾਬ ਨਹੀਂ ਕਰਨ ਦਿੱਤਾ, ਠੀਕ ਹੈ ਜੀ। ਤੇ ਇਹ ਇਹੋ ਜਿਹੀ ਦੀ ਪੇਸ਼ੀ ਕਰਨੀ ਤਾਂ ਬਿਲਕੁਲ ਗਲਤ ਹੈ। ਐਂਡ ਸੰਵਿਧਾਨ ਦੇ ਮੁਤਾਬਕ, ਸੁਪਰੀਮ ਕੋਰਟ ਦੇ ਆਰਡਰ ਦੇ ਮੁਤਾਬਕ ਰਾਈਟ ਟੂ ਐਕਸਪ੍ਰੈਸ਼ਨ ਤੇ ਕੋਈ ਵੀ ਆਪ ਦੀ ਸੋਚ ਪ੍ਰਗਟ ਕਰ ਸਕਦੇ। ਹੁਣ ਤੁਸੀਂ ਟੈਰੀਟਰੀ ਦੀ ਗੱਲ ਕੀਤੀ ਜੀ, ਸਿੱਖ ਜਿਹੜੇ ਹੈਗੇ ਆ, ਠੀਕ ਹੈ ਜੀ, 1984 'ਚ ਸਿੱਖ ਪਰਿਵਾਰਾਂ ਦੇ, ਸਿੱਖ ਬੀਬੀਆਂ ਦੇ, ਸਿੱਖ ਬੱਚਿਆਂ ਦੇ, ਸਿੱਖ ਨੌਜਵਾਨਾਂ ਦੇ, ਬਜ਼ੁਰਗਾਂ ਦੇ ਪਰਿਵਾਰ ਠੰਡੇ ਖੂਨ 'ਚ ਰੰਗੇ ਗਏ, ਤਬਾਹ ਕੀਤੇ ਗਏ। ਉਸ ਤੋਂ ਬਾਅਦ ਸਿੱਖਾਂ ਤੇ ਹੋਰ ਕੀ ਕੁਛ ਨਹੀਂ ਹੋਇਆ, ਠੀਕ ਹੈ ਜੀ। ਬੇਅਦਬੀਆਂ ਹੋਈ ਹੈ, ਗੋਲੀ ਕਾਂਡ ਹੋਇਆ ਹੈ, ਬੇਅੰਤ ਸਿੰਘ ਦਾ ਰਾਜ ਰਿਹਾ ਜਿੱਥੇ ਇੰਨੇ ਨੌਜਵਾਨ ਮਾਰੇ ਗਏ, ਕੋਈ ਉਹਨਾਂ ਤੇ ਪੇਪਰ ਨਹੀਂ ਕਿ ਕੌਣ ਕਿਉਂ ਮਾਰਿਆ ਗਿਆ, ਕਿੱਥੇ ਮਾਰਿਆ ਗਿਆ, ਕਿੱਥੇ ਫੜਿਆ ਗਿਆ। ਤੇ ਜੇ ਸਿੱਖਾਂ ਦੀ ਸਾਰੀ ਇਕੋਨਮੀ ਬਿਲਕੁਲ ਖਤਮ ਕੀਤੀ ਜਾਵੇ, ਇੱਥੇ ਕੋਈ ਮੈਨੂੰ ਸਿੱਖ ਦੱਸੋ ਪਿੰਡਾਂ 'ਚ, ਠੀਕ ਹੈ, ਜਿਹੜੇ ਕਿਸੇ ਵੀ ਪਿੰਡ 'ਚ ਤੁਸੀਂ ਜਾਂਦੇ ਹੋ ਤੁਹਾਨੂੰ 4-5 ਬੰਦਿਆਂ ਦਾ ਗਰੁੱਪ ਮਿਲੂਗਾ, ਕਹਿਣਗੇ ਕਿ ਜੀ ਅਸੀਂ ਰਹਿੰਦੇ, ਬਾਕੀ ਸਾਰੇ ਬਾਹਰ ਭੱਜ ਗਏ ਜੀ। ਬਾਹਰ ਭੱਜਣ ਦਾ ਕੀ ਕਾਰਨ ਹੈ? ਹੁਣ ਜੇ ਬਾਹਰ ਭੱਜ ਕੇ ਵੀ ਉੱਥੇ ਵੀ ਸਿੱਖੇ ਦੀ ਗੱਲ ਕਰਨ, ਇੱਥੇ ਵੀ ਸਿੱਖੇ ਦੀ ਗੱਲ ਕਰਨ ਤੇ ਗੱਲ ਹੀ ਕਰ ਰਹੇ ਨਾ, ਇਹ ਕਿਹੜਾ ਦੇਸ਼ ਨੂੰ ਤੋੜਨ ਦਾ ਕੰਮ ਕਰ ਰਿਹਾ ਹੈ? ਇਹ ਕਿਹੜਾ ਕਿਸੇ ਨੂੰ ਭੜਕਾਉਣ ਦਾ ਕੰਮ ਕਰ ਰਿਹਾ? ਰਾਈਟ ਟੂ ਉਹਨਾਂ ਦਾ ਫਰੀडम ਆਫ ਸਪੀਚ ਹੈ। ਜੇ ਉਹ ਕਿਤੇ ਅਨਕੰਫਰਟੇਬਲ ਕੋਈ ਫੀਲ ਕਰਦਾ ਤੇ ਇੱਕ ਸੋਚ ਪਿੱਛੇ ਉਹ ਆਪ ਦੀ ਸੋਚ ਪ੍ਰਗਟ ਕਰਦਾ ਹੈ। ਬਟ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਨੌਜਵਾਨਾਂ ਨੂੰ ਭੜਕਾਉਣ ਦੀ ਗੱਲ ਕਰਦੇ ਆ, ਨੌਜਵਾਨਾਂ ਨੂੰ ਲੜਾਉਣ ਦੀ ਗੱਲ ਕਰਦੇ ਆ। ਸਰਦਾਰ ਰਵਨੀਤ ਸਿੰਘ ਜੀ ਬਿੱਟੂ ਤੁਸੀਂ ਸੁਣੇ ਹੋਣਗੇ ਉਹਨਾਂ ਦੇ? ਬਿਲਕੁਲ ਸੁਣੇ ਹੈਗੇ ਜੀ, ਮੈਂ ਸੁਣੇ ਹੈਗੇ ਆ, ਬਹੁਤ ਤਿੱਖੇ ਬਿਆਨ ਚੱਲ ਰਹੇ ਨੇ। ਉਹਨਾਂ ਦੇ ਕਹਿਣ ਨਾਲ ਤਾਂ ਕੁਝ ਹੋਣਾ ਨਹੀਂ ਬਿਲਕੁਲ ਵੀ, ਠੀਕ ਹੈ ਜੀ। ਉਹਨਾਂ ਦੇ ਕਹਿਣ ਤੇ ਤਾਂ ਉਹਨਾਂ ਦੇ ਪਾਰਟੀ ਦੇ ਬੰਦੇ ਨਹੀਂ ਨਾਲ ਖੜ ਰਹੇ, ਠੀਕ ਹੈ ਜੀ। ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਪਾਰਟੀ ਦੇ ਕਈ ਆਗੂ ਮਤਲਬ ਸਿੱਖਾਂ ਦੇ ਨਾਲ ਖੜੇ ਆ, ਸਿੱਖਾਂ ਦੀ ਭਾਵਨਾਵਾਂ ਨਾਲ ਖੜੇ ਆ, SYL ਨਾਲ ਖੜੇ ਆ। ਉਹ ਕਈ ਪੰਜਾਬ ਦੇ ਵੱਡੇ ਮੁੱਦੇ, ਜਿਵੇਂ ਇਹ ਹੁਣ ਇਹ ਜੰਗਲ ਦਾ, ਇਹ ਮੱਤੇ ਵਾਲੇ ਜੰਗਲ ਦਾ ਖਹਿਰਾ ਸਾਹਿਬ ਉੱਥੇ ਬੋਲ ਕੇ ਆਏ ਆ, ਉਹ SYL ਤੇ ਬੋਲੇ ਆ, ਪਰ ਬਿੱਟੂ ਸਾਹਿਬ ਨਹੀਂ ਬੋਲਦੇ। ਇਹਨਾਂ ਨੂੰ SYL ਤੇ ਸਵਾਲ ਪੁੱਛੋਗੇ ਤੁਸੀਂ, ਉਹ ਕਹਿ ਦੇਣਗੇ, ਉਹ ਸਿੱਧੀ ਤੀਰ ਖਿੱਚ ਦੇਣਗੇ, ਲਕੀਰ ਖਿੱਚ ਦੇਣਗੇ ਜਟਾਣਾ ਸਾਹਿਬ ਤੇ। ਬਿਲਕੁਲ, ਮੈਂ SYL ਤੇ ਨਹੀਂ ਗੱਲ ਕਰਨੀ। ਉਹਨਾਂ ਨੇ ਕਿਹਾ ਕਿ ਕਹਿੰਦੇ ਜਿਹੜੇ ਜਟਾਣੇ ਵਰਗੇ ਜਾਂ ਹਵਾਰੇ ਵਰਗੇ ਜਾਂ
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਜਿਨ੍ਹਾਂ ਦੀ ਉਮਰਾਂ ਲੰਘ ਗਈਆਂ, ਉਹ ਕਹਿੰਦੇ ਤਾਂ ਅੱਜ ਦੇ ਜਿਹੜੇ ਗੈਂਗਸਟਰ ਨੇ, ਆ ਜੱਗੂ ਭਗਵਾਨਪੁਰੀਆ ਜਾਂ ਲਾਰੈਂਸ ਬਿਸ਼ਨੋਈ ਜਾਂ ABCD, ਜਿਹੜੇ ਪੈਸੇ ਲੈ ਕੇ, ਐਕਸਟੋਰਸ਼ਨ ਮਨੀ ਲੈ ਕੇ ਕਿਸੇ ਨੂੰ ਵੀ ਮਾਰ ਦਿੰਦੇ ਆ, ਇਹਨਾਂ ਦੀ ਤੁਲਨਾ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ, ਇਹਨਾਂ ਦੀ ਤੁਲਨਾ ਉਹ ਅੱਜ ਦੇ ਗੈਂਗਸਟਰਸ ਨਾਲ ਕਰ ਰਹੇ ਆ। ਸਾਰਿਆਂ ਦੇ ਨਾ ਅੱਡ-ਅੱਡ ਸ਼ੌਂਕ ਹੁੰਦੇ ਆ। ਕਈਆਂ ਦੇ ਸ਼ੌਂਕ ਹੁੰਦੇ ਆ ਕਿ 4 ਗੱਡੀਆਂ ਅੱਗੇ ਚੱਲਣ, ਆਪਣੀ ਗੱਡੀ ਬੁਲਟ ਪ੍ਰੂਫ ਹੋਵੇ ਤੇ ਪਿੱਛੇ 4 ਚੱਲਣ। ਜੇ ਉਹ ਚੀਜ਼ਾਂ ਤੁਹਾਨੂੰ ਸਹੂਲਤਾਂ ਚਾਹੀਦੀਆਂ, ਤੁਹਾਨੂੰ ਕਿਸੇ ਨਾ ਕਿਸੇ ਮਜ਼ਹਬ ਨੂੰ ਭੜਕਾਉਣਾ ਪੈਂਦਾ ਤੇ ਫਿਰ ਇੰਟੈਲੀਜੈਂਸ ਏਜੰਸੀਜ਼ ਕਹਿ ਦਿੰਦੀਆਂ ਕਿ ਤੁਹਾਨੂੰ ਥ੍ਰੈਟ ਹੈ। ਠੀਕ ਹੈ ਜੀ। ਹੁਣ ਜੇ ਕਿਚੜ 'ਚ ਤੁਸੀਂ ਜਾ ਕੇ ਲੇਟ ਜਾਓਗੇ, ਤੁਹਾਡੇ ਕੱਪੜੇ ਗਿੱਲੇ ਹੋਣਗੇ, ਗੰਦੇ ਹੋਣਗੇ। ਠੀਕ ਹੈ। ਸੋ ਇਹ ਆਪ ਕਿਚੜ ਪੈਦਾ ਵੀ ਕਰਦੇ ਆ, ਆਪਣੇ ਆਪ ਤੇ ਵੀ ਸੁੱਟਦੇ ਆ, ਕੌਮ ਤੇ ਵੀ ਸੁੱਟਦੇ ਆ, ਪੰਜਾਬੀਆਂ ਤੇ ਵੀ ਸੁੱਟਦੇ ਆ। ਪਰ ਜਿਹੜੇ ਪੰਜਾਬ ਦੇ ਹੁਣ ਲੋਕ ਹੈਗੇ ਆ ਨਾ, ਇਹ ਸਾਰੇ ਸਿਧਾਂਤਕ ਹੋ ਰਹੇ। ਇਹ ਬਹੁਤ ਵੱਡੀ ਮਿਸਾਲ ਹੈ, ਸਿਆਸੀ ਮਿਸਾਲ ਹੈ। ਸਿਧਾਂਤਾਂ ਵੱਲ ਉਹ ਆਪ ਦਾ ਧਿਆਨ ਦੇ ਰਿਹਾ, ਚਾਹੇ ਉਹ ਉਸ ਸਿਧਾਂਤ ਦੇ ਅਧੀਨ ਨਾ ਵੀ ਚੱਲਦੇ ਹੋਣ। ਸਿਧਾਂਤਕ ਲੀਡਰ ਪਿੱਛੇ ਚੱਲ ਰਹੇ, ਕਿਉਂਕਿ ਜਿਹੜਾ ਲੀਡਰ ਸਿਧਾਂਤਾਂ ਦੇ, ਧਰਮ ਦਾ ਕੱਟਰ ਹੋਵੇ। ਕੋਈ ਧਰਮ ਨਹੀਂ ਸਿਖਾਉਂਦਾ ਕਿ ਇੱਕ ਧਰਮ ਦੂਜੇ ਧਰਮ ਤੋਂ ਚੰਗਾ ਹੈਗਾ ਜਾਂ ਬਰਾਬਰਤਾ ਨਹੀਂ ਹੈਗੀ। ਸਾਰੇ ਧਰਮ ਬਰਾਬਰਤਾ ਦੀ ਗੱਲ ਕਰਦੇ ਤੇ ਉਹ ਸਾਰੇ ਲੋਕ ਚਾਹੁੰਦੇ ਨੇ ਕਿ ਆਪਾਂ ਉਹੋ ਜਿਹਾ ਸਿਧਾਂਤਕ ਲੀਡਰ ਲੱਭੀਏ ਜਿਹੜਾ ਐਡਾ ਆਪ ਦੇ ਮਜ਼ਹਬ ਦਾ ਜਾਂ ਆਪ ਦੇ ਬਿਲੀਫਸ ਦਾ ਕੱਟਰ ਹੋਵੇ ਕਿ ਉਹ ਲੋਕਾਂ ਨਾਲ ਧੋਖਾ ਨਾ ਕਰੇ। ਕਿਉਂਕਿ ਲੋਕਾਂ ਨੇ ਤਾਂ ਧੋਖੇ ਹੀ ਇੰਨੇ ਦੇਖ ਲਏ ਹੈਗੇ ਆ ਕਿ ਉਹ ਕਿਸੇ ਨੂੰ ਵਿਸ਼ਵਾਸ ਨਾ, ਹੁਣ ਮੈਨੂੰ ਦੇਖ ਰਹੇ ਨੇ, ਮੇਰੀ ਵੀ ਗੱਲ ਨੂੰ ਸ਼ੱਕ ਕਰ ਰਹੇ ਹੋ ਸਕਦੇ। ਠੀਕ ਹੈ ਜੀ। ਸੋ ਇਹ ਜਿਹੜੇ ਬਿੱਟੂ ਸਾਹਿਬ ਨੇ ਜਾਂ ਹੋਰ ਇਹੋ ਜਿਹੇ ਸਿਆਸੀ ਆਗੂ ਸਾਹਿਬਾਨ ਨੇ ਜਿਹੜੇ ਮੁੱਛਾਂ ਤੇ ਤੇਲ ਲਾਉਂਦੇ, ਠੀਕ ਹੈ, ਐਡੇ ਤਾਂ ਮਾਨ ਸਾਹਿਬ ਦੀਆਂ ਮਤਲਬ ਉਮਰ ਦਰਾਜ਼ ਨੇ। ਮਾਨ ਸਾਹਿਬ ਉਹਨਾਂ ਤੋਂ ਬਹੁਤ ਵੱਡੇ ਨੇ, ਉਹਨਾਂ ਦੇ ਦਾਦਾ ਜੀ ਦੀ ਉਮਰ ਤੋਂ ਵੀ ਵੱਡੇ ਨੇ। ਦੇਖੋ ਅਸੀਂ ਕਹਿੰਦੇ ਕਿ ਇਹ ਮੁੱਛਾਂ ਨੂੰ ਤਾਂ ਦਿੰਦੇ ਆ ਮਾਨ ਸਾਹਿਬ, ਤੇ ਇਹ ਕਹਿੰਦੇ ਕੋਈ ਚੰਗੀ ਗੱਲ ਥੋੜੋ ਹੈ ਇਦਾਂ ਦੀ ਅਸੀਂ ਬਿੱਟੂ ਸਾਹਿਬ ਕਰਕੇ ਉਹਨਾਂ ਨੂੰ ਆਖਦੇ ਆ। ਸਾਡੇ ਤੋਂ ਉਹਨਾਂ ਦੀ ਉਮਰ ਜ਼ਿਆਦਾ ਹੈ। ਕਈ ਲੋਕ ਸੰਸਕਾਰੀ ਹੁੰਦੇ ਆ, ਕਈ ਲੋਕ ਸੰਸਕਾਰੀ ਨਹੀਂ ਹੁੰਦੇ। ਜਿਨ੍ਹਾਂ ਦੇ ਸੰਸਕਾਰ ਹੁੰਦੇ ਆ ਉਹ ਚੰਗੇ ਰਵਾਇਤ ਨਾਲ ਗੱਲ ਕਰਦੇ ਆ। ਜਿਨ੍ਹਾਂ ਦੇ ਨਹੀਂ ਹੁੰਦੇ ਸੰਸਕਾਰ, ਜਿਨ੍ਹਾਂ ਨੂੰ ਬਚਪਨੇ 'ਚ ਨਹੀਂ ਸਿਖਾਇਆ ਹੁੰਦਾ, ਉਹ ਇਦਾਂ ਦੀ ਗੱਲ ਕਰਦੇ ਆ ਜਿਹਨੂੰ ਪਤਾ ਹੈ ਕਿ 80 ਸਾਲ ਦੇ, ਉਹ ਆਪ ਕਹਿੰਦੇ 80 ਸਾਲ ਦਾ ਬਜ਼ੁਰਗ ਹੈ। ਠੀਕ ਹੈ। ਤੇ ਜੇ ਥੋੜੀ ਜਿਹੀ ਸ਼ਰਮ ਨਾਲ ਜੇ ਚੰਗੀ ਗੱਲ ਕਰ ਲੈਣਗੇ ਤੇ ਵਧੀਆ ਗੱਲ ਹੈ। ਅੱਜ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਰਦਾਰ ਬਿੱਟੂ ਤੇ ਕੋਈ ਗੱਲ ਨਹੀਂ ਕੀਤੀ। ਉਹ ਤਾਂ ਆਪਣੀ ਸੋਚ ਦੀ ਗੱਲ ਕਰਦੇ ਆ ਐਂਡ ਗਲਤ ਸੋਚ ਦੇ ਖਿਲਾਫ ਗੱਲ ਕਰਦੇ ਆ। ਦਿੱਲੀ ਦੇ ਖਿਲਾਫ ਗੱਲ ਕਰਨਗੇ, ਨੀਤੀਆਂ ਦੇ ਖਿਲਾਫ ਗੱਲ ਕਰਨਗੇ, ਇਹਨਾਂ ਦੇ ਖਿਲਾਫ ਗੱਲ ਕਰ। ਇਹ ਪੰਜਾਬ ਹੈ? ਇਹ ਕੋਈ ਮਜ਼ਹਬ ਦੇ ਫਰੰਟ ਫੇਸ ਹੈਗੇ ਆ? ਠੀਕ ਹੈ। ਇਹ ਕੋਈ ਇੰਸਟੀਟਿਊਸ਼ਨ ਹੈਗੀ ਹੈ? ਇਹ ਤਾਂ ਬਸ ਸਿਆਸੀ ਰੋਟੀਆਂ ਇਹਨਾਂ 24 ਆ ਰਹੀ ਹੈ। ਇਹ ਚਾਹੁੰਦੇ ਲੋਕ ਸਿਧਾਂਤਾਂ ਵੱਲ ਨਾ ਜਾਣ ਜੀ। ਲੋਕ ਡਰ ਦਾ ਮਾਹੌਲ ਪੈਦਾ ਕਰਕੇ ਬਸ ਇਹਨਾਂ ਦੇ ਪਿੱਛੇ ਮਗਰ ਤੁਰੀ ਜਾਣ ਤੇ ਉਹੀ ਚੰਦ ਲੋਕ ਲੁੱਟੀ ਜਾਣ, ਕੁੱਟੀ ਜਾਣ ਤੇ ਬਕਵਾਸ ਗੱਲਾਂ ਕਰੀਆਂ ਜਾਣ ਤੇ ਇਦਾਂ ਦੀ ਸਿਆਸਤ ਬਣ ਗਈ ਹੈ। ਬਹੁਤ ਮੰਦਭਾਗੀ ਗੱਲ ਹੈ। ਚੰਡੀਗੜ੍ਹ ਦਾ ਮਸਲਾ ਬਹੁਤ ਉਲਝਿਆ ਹੋਇਆ ਇਸ ਵਕਤ, ਤੁਹਾਨੂੰ ਵੀ ਪਤਾ ਹੈ। ਹਰਿਆਣਾ ਆਪਣੀ ਦਾਅਵੇਦਾਰੀ ਚੰਡੀਗੜ੍ਹ ਦੇ ਉੱਤੇ ਠੋਕ ਰਿਹਾ, ਹਾਲਾਂਕਿ ਸਪਸ਼ਟ ਤੌਰ ਦੇ ਉੱਤੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਹੈ। ਇੱਥੋਂ ਜਿੱਥੇ ਆਪਾਂ ਬੈਠੇ ਹਾਂ, ਇੱਥੋਂ ਥੋੜੀ ਦੂਰ ਇੱਕ ਪਿੱਪਲ ਦਾ ਦਰਖਤ ਹੈ ਜਿਹੜਾ ਕਿ ਲੇਕ ਦੇ ਬਿਲਕੁਲ ਉੱਤੇ ਲੱਗਿਆ ਹੋਇਆ ਹੈ। ਉਹ ਦਰਖਤ ਚੰਡੀਗੜ੍ਹ ਦੇ ਉਸ ਵਕਤ ਦੇ ਪਿੰਡ ਦੇ ਇੱਕ ਵਸਨੀਕ ਨੇ ਲਗਾਇਆ ਸੀ, ਕਿਉਂਕਿ ਉਹਨਾਂ ਦੇ ਪੁੱਤਰ ਨਹੀਂ ਹੋਇਆ ਸੀ, ਬੱਚਾ ਨਹੀਂ ਹੋਇਆ ਸੀ, ਮਾਫ ਕਰਨਾ। ਉਹਨਾਂ ਨੇ ਉਹ ਪਿੱਪਲ ਲਾਇਆ ਕਿ ਮੇਰੇ ਬੱਚੇ ਦਾ ਰੂਪ ਹੈ, ਪਰੰਤੂ ਉਸ ਦੀ ਡੈਥ ਹੋ ਗਈ। ਉਹਨਾਂ ਦੇ ਪਿਤਾ ਜੀ ਨੇ ਉਸ ਪਿੱਪਲ ਨੂੰ ਆਪਣੇ ਪੋਤਰੇ ਵਾਂਗੂ ਜਾਂ ਆਪਣੀ ਪੋਤਰੀ ਵਾਂਗੂ ਪਾਲਿਆ। ਅੱਜ ਉਹ ਵਿਸ਼ਾਲ ਰੁੱਖ ਉੱਥੇ ਖੜਾ ਹੈ। ਉਹ ਪਿੱਪਲ ਕੱਟਿਆ ਜਾ ਸਕਦਾ ਸੀ ਜਦੋਂ ਸੁਖਨਾ ਲੇਕ ਬਣੀ ਆ, ਪਰ ਕਿਸੇ ਇੱਕ ਦਰਦੀ ਨੇ ਉਹ ਲੇਕ ਦਾ ਨਕਸ਼ਾ ਇਦਾਂ ਬਣਾਇਆ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਇਤਿਹਾਸਕ ਪਿੱਪਲ ਹੈ। ਕਹਿਣ ਦਾ ਭਾਵ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਇਹ ਸਿਟੀ ਬਿਊਟੀਫੁਲ ਬਣਿਆ। ਹਰਿਆਣਾ ਕਹਿ ਰਿਹਾ ਕਿ ਸਾਨੂੰ ਇੱਥੇ ਰਾਜਧਾਨੀ ਦਾ ਹੱਕ ਵੀ ਦਿਓ, ਸਾਨੂੰ ਇੱਥੇ ਆਪਣੀ ਵਿਧਾਨ ਸਭਾ ਵੀ ਚੰਡੀਗੜ੍ਹ ਦੇ ਵਿੱਚ ਦਿਓ, ਸਾਨੂੰ ਹਾਈ ਕੋਰਟ ਵੀ ਚੰਡੀਗੜ੍ਹ ਦੇ ਵਿੱਚ ਦਿਓ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਕਿ ਸਾਨੂੰ ਚੰਡੀਗੜ੍ਹ ਤੋਂ ਬਾਹਰ ਹਾਈ ਕੋਰਟ ਜਾਂ ਵਿਧਾਨ ਸਭਾ ਦੀ ਜਗ੍ਹਾ ਦੇ ਦਿਓ, ਮਤਲਬ ਕਿ ਆਪਣਾ ਦਾਅਵਾ ਸਿੱਧੇ ਤੌਰ ਦੇ ਉੱਤੇ ਛੱਡਣ ਦੀ ਗੱਲ। ਕੀ ਬਤੌਰ ਸੰਸਦ ਮੈਂਬਰ ਸਰਦਾਰ ਮਾਨ ਸਾਹਿਬ ਇਹ ਗੱਲ ਸੰਸਦ ਦੇ ਵਿੱਚ ਚੁੱਕਣਗੇ ਕਿ ਸਾਡਾ ਅਧਿਕਾਰ ਹੈ ਚੰਡੀਗੜ੍ਹ ਦੇ ਉੱਤੇ? ਔਰ ਦੂਸਰੀ ਗੱਲ, ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਵੱਡਾ ਹੈ। ਉਹ ਚਾਹੇ ਸਤਲੁਜ ਯਮਨਾ ਲਿੰਕ ਨਹਿਰ ਜਿਹੜੀ ਬੰਦ ਪਈ ਆ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਬਾਕੀ ਸਾਰੇ ਫੈਕਟ ਹੋਰ। ਦੂਜੀ, ਪੰਜਾਬ ਦਾ ਪਾਣੀ ਲਗਾਤਾਰ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਰਿਪੇਰੀਅਨ ਲਾਅ ਕਹਿੰਦਾ ਹੈ ਜਿਸ ਕੋਲ ਜਿਹੜਾ ਖਜ਼ਾਨਾ ਹੈ ਉਸ ਤੇ ਪਹਿਲਾ ਹੱਕ ਉਸ ਸੂਬੇ ਦਾ,
ਜਾਂ ਫਿਰ ਦੂਸਰੀ ਗੱਲ ਉਸ ਦੀ ਬਣਦੀ ਜਿਹੜੀ ਰਾਇਲਟੀ ਉਹ ਮਿਲਣੀ ਚਾਹੀਦੀ ਹੈ। ਸਾਨੂੰ ਰਾਜਸਥਾਨ ਤੋਂ ਨਹੀਂ ਮਿਲੀ, ਸਾਨੂੰ ਹਰਿਆਣੇ ਤੋਂ ਨਹੀਂ ਮਿਲੀ। ਇਹ ਵੱਡੇ ਇਸ਼ੂ ਕੀ ਸੈਂਟਰ ਗਵਰਨਮੈਂਟ ਨੂੰ ਐਡਰੈਸ ਕਰਨਗੇ ਮਾਨ ਸਾਹਿਬ? ਜ਼ਰੂਰ ਕਰਨਗੇ। ਇਹ ਤਾਂ ਜਿਹੜੇ ਇਸ਼ੂਜ਼ ਨੇ ਨਾ, ਵੱਡਾ ਇਸ਼ੂ ਤਾਂ ਸੋਚ ਦਾ ਇਸ਼ੂ ਹੈ। ਜਿਹੜੀ ਚੀਜ਼ ਉਹ ਸਾਡੇ ਤੇ ਹਾਮੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਠੀਕ ਹੈ ਜੀ। ਪਰ ਮੈਂ ਤੁਹਾਨੂੰ ਦੱਸਦਾ, ਜਿੱਥੇ ਤੱਕ ਆਈ ਗੱਲ ਰਾਜਧਾਨੀ ਦੀ ਜੀ ਤੇ ਚੰਡੀਗੜ੍ਹ ਦੀ, ਚੰਡੀਗੜ੍ਹ ਉਹ ਪੰਜਾਬ ਤੋਂ ਨਹੀਂ ਖੋ ਸਕਦੇ, ਠੀਕ ਹੈ ਜੀ। ਐਂਡ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ। ਗੱਲ ਤਾਂ ਇਸ ਤਰ੍ਹਾਂ, ਮੈਂ ਆਪ ਤੇ ਹਰਿਆਣਵੀ ਵੀਰਾਂ ਨੂੰ ਬੇਨਤੀ ਕਰਦਾ ਕਿ ਧਿਆਨ ਨਾਲ ਗੱਲ ਸੁਣਿਓ। ਸਾਡੇ 'ਚ ਤੇ ਤੁਹਾਡੇ 'ਚ, ਪੰਜਾਬੀਆਂ 'ਚ, ਹਰਿਆਣਵੀਆਂ 'ਚ ਕੋਈ ਫਰਕ ਨਹੀਂ ਹੈਗਾ ਬਿਲਕੁਲ ਵੀ। ਇੱਕ ਦੂਜਿਆਂ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ, ਸਾਰੇ ਧਰਮਾਂ ਨਾਲ। ਸਾਰੇ ਜਿੰਨੇ ਵੀ ਸੂਬਿਆਂ 'ਚ ਜਿਹੜੇ ਵੀ ਮਜ਼ਹਬ ਦੇ ਹੈਗੇ ਆ, ਅਸੀਂ ਸਾਰੇ ਬਰਾਬਰ ਹੈਗੇ ਆ, ਕੋਈ ਸਾਡੇ 'ਚ ਫਰਕ ਨਹੀਂ ਹੈ। ਫਰਕ ਪਾਉਣ ਵਾਲੇ ਦਿੱਲੀ ਜਿਹੜੀਆਂ ਵੋਟਾਂ ਖਾਤਰ ਡਿਵਾਈਡ ਐਂਡ ਰੂਲ ਪਾਲਿਸੀ ਵਰਤ ਰਹੀ ਹੈ ਕਿ ਹਰਿਆਣਵੀ ਲੋਕ ਗੁੱਸੇ ਹੋ ਜਾਣ ਪੰਜਾਬੀਆਂ ਨਾਲ, ਪੰਜਾਬੀ ਲੋਕ ਆਪ ਦਾ ਕਲੇਮ ਲੈਣ ਦੀ ਕੋਸ਼ਿਸ਼ ਕਰਨ, ਇਹੋ ਜਿਹਾ ਕੁਛ ਨਹੀਂ ਹੋਊਗਾ। ਤੁਸੀਂ ਸ਼੍ਰੀਲੰਕਾ ਦਾ ਦੇਖੋ ਕੀ ਹੋ ਰਿਹਾ। ਸ਼੍ਰੀਲੰਕਾ 'ਚ ਲੋਕਾਂ ਦੀ ਮੂਵਮੈਂਟ ਐਡੀ ਤਕੜੀ ਹੋ ਗਈ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਘਰ ਘੇਰ ਕੇ ਉੱਥੇ ਜਿੰਮਾ ਲਾ ਰਹੇ ਆ ਆਮ ਲੋਕ, ਤੇ ਉਹ ਭੱਜ ਗਏ। ਮੈਂ ਇਸ ਦੇਸ਼ ਦੀ ਹਕੂਮਤ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ, ਹਰਿਆਣਾ ਸਰਕਾਰ ਨੂੰ ਵੀ, ਕਿ ਅਮਨ ਦਾ ਮਾਹੌਲ ਹੈ ਵਧੀਆ ਇੱਥੇ, ਬਿਲਕੁਲ ਹੁਣੇ ਪੀਸ ਹੈਗੀ ਹੈ ਇੱਥੇ, ਸਟੈਬਿਲਿਟੀ ਹੈਗੀ ਹੈ। ਇਹਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਹ ਲੋਕਾਂ ਦੇ ਆਮ ਮੁੱਦੇ ਨਹੀਂ ਹੈਗੇ ਕਿ ਪੰਜਾਬ ਦਾ ਕੁਝ, ਚੰਡੀਗੜ੍ਹ, ਆਪਾਂ ਹਰਿਆਣੇ ਦੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦਾ ਆਪਾਂ ਕੁਝ ਲੈ ਲਈਏ, ਐਂਡ ਪੰਜਾਬ ਦੇ ਵੀ ਨਹੀਂ ਚਾਹੁੰਦੇ ਆਪਾਂ ਹਰਿਆਣੇ ਦਾ ਕੁਝ ਲੈ ਲਈਏ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਸੋਹਣਾ ਇੱਥੇ ਬਿਆਨ ਦਿੱਤਾ ਹੈ, ਕਹਿ ਕਿ ਜਿਹੜੇ ਹਰਿਆਣਵੀ ਬੋਲਦੇ ਇਲਾਕੇ ਨਾਲ ਲੱਗਦੇ ਨੇ ਹਰਿਆਣੇ ਦੇ, ਉਹ ਹਰਿਆਣੇ 'ਚ ਲਿੱਤੇ ਜਾਣ। ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ, ਹਰਿਆਣੇ ਤੋਂ ਸਰਸਾ ਤੇ ਇਹ ਇਲਾਕੇ ਪੰਜਾਬ 'ਚ ਲਿੱਤੇ ਜਾਣ। ਇਹਦੇ ਨਾਲ ਨਾ ਤਾਂ ਹਰਿਆਣਾ ਟੁੱਟਦਾ, ਨਾ ਦੇਸ਼ ਟੁੱਟਦਾ, ਨਾ ਪੰਜਾਬ ਟੁੱਟਦਾ, ਠੀਕ ਹੈ ਜੀ। ਇਹਦੇ ਨਾਲ ਕੀ ਹੁੰਦਾ, ਦੇਸ਼ ਦਾ ਪਾਣੀਆਂ ਦਾ ਕਾਨੂੰਨ ਹੈ, ਉਹਨੂੰ ਰਾਈਪੇਰੀਅਨ ਲਾਅ ਕਹਿੰਦੇ ਆ। ਉਹ ਲਾਅ ਕਹਿੰਦਾ ਕਿ ਜਿਹੜੇ ਸੂਬੇ ਦੇ ਰਿਸੋਰਸਿਸ ਹੈਗੇ ਆ, ਪਾਣੀ ਹੈਗੇ ਆ, ਉਹ ਸੂਬੇ ਦੀ ਮਲਕੀਅਤ ਹੈ ਜੀ। ਸੋ ਹਰਿਆਣੇ 'ਚ ਪਾਣੀਆਂ ਦੀ ਘਾਟ ਹੈਗੀ ਹੈ, ਮਲਕੀਅਤ ਨਹੀਂ ਹੈਗੀ ਉਹਨਾਂ ਕੋਲੇ ਪਾਣੀਆਂ ਦੀ ਜਿੰਨੀ ਪੰਜਾਬ ਕੋਲੇ ਹੈਗੀ। ਜੇ ਉਹ ਸੂਬੇ ਜਿਹੜੇ ਉਹਨਾਂ ਨੇ ਕਹੇ ਹੈ, ਜਿਹੜੇ ਡਿਸਟ੍ਰਿਕਟ ਹੈ, ਹਾਂਜੀ, ਜਿਹੜੇ ਡਿਸਟ੍ਰਿਕਟਸ ਉਹਨਾਂ ਨੇ ਕਹੇ ਹਰਿਆਣੇ 'ਚ ਆ ਜਾਣ, ਹਾਂ, ਸਹਾਰਨਪੁਰ, ਮੇਰਠ, ਫਿਰ ਹਰਿਆਣਾ ਵੀ ਰਾਈਪੇਰੀਅਨ ਹੋ ਜਾਂਦਾ, ਪੰਜਾਬ ਵੀ ਰਾਈਪੇਰੀਅਨ ਹੋ ਜਾਂਦੇ। ਦੋਨੋਂ ਸੂਬੇ ਖੁਸ਼ਹਾਲ ਇੱਕ ਦੂਜਿਆਂ ਨਾਲ ਜੱਫੀਆਂ ਪਾਉਣਗੇ, ਪੰਜਾਬੀ ਹਰਿਆਣਵੀ। ਪਰ ਇਹ ਚਾਹੁੰਦੇ ਹੀ ਨਹੀਂ। ਇਹ ਚਾਹੁੰਦੇ ਨੇ ਕਿ ਆਪਸ 'ਚ ਲੜਾਈ ਦਾ ਮਾਹੌਲ ਰਹੇ। ਜਿੰਨੀ ਕੁ ਲੜਾਈ ਦੀ ਮਾਹੌਲ ਰਹੂਗੀ ਉਨੀ ਕੁ ਬੀਜੇਪੀ ਵੋਟ ਭੁਗਤੂਗੀ। ਇਹ ਵੋਟਾਂ ਦੇ ਖਾਤਰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਕਈ ਨਿਸ਼ਾਨੇ ਠੋਕੀ ਜਾਂਦੇ ਨੇ, ਜਾਂ ਭਗਤ ਸਿੰਘ ਦੇ ਮਸਲੇ ਤੇ, ਜਾਂ ਉਹ ਵੀ ਕਲੈਰੀਫਾਈ ਕਰ, ਉਹ ਅਸੀਂ ਹੁਣੇ ਕਲੈਰੀਫਾਈ ਕਰਦੇ ਆ, ਜਾਂ ਉਹ ਇਹ ਖਾਲਿਸਤਾਨ ਦੇ ਇਸ਼ੂ ਤੇ, ਠੀਕ ਹੈ, ਇਹਨਾਂ ਗੱਲਾਂ ਤੇ। ਕਿਉਂਕਿ ਅਸਲੀ ਗੱਲ ਹੈ ਕਿ ਇਹਨਾਂ ਤੇ ਕੋਈ ਮੁੱਦਾ ਹੀ ਨਹੀਂ ਹੈਗਾ ਤੰਜ ਖੱਸਣ ਵਾਸਤੇ। ਕੋਈ ਮੁੱਦਾ ਨਹੀਂ ਹੈਗਾ ਜਿਹਦੇ ਤੇ ਤੰਜ ਕੱਸਿਆ ਜਾ ਸਕਦਾ। ਹੁਣ ਇਹੀ ਮੁੱਦੇ ਬਾਰ-ਬਾਰ ਇਹ ਉਭਾਰੀ ਜਾਂਦੇ। ਇਹ ਵੀ ਇਸ ਕਰਕੇ ਉਭਾਰਦੇ ਆ ਕਿ ਆਪਸ 'ਚ ਇੱਕ ਦੂਜੇ ਨਾਲ ਹੇਟਰੇਡ ਹੋ ਜੇ, ਇੱਕ ਦੂਜੇ ਨਾਲ ਤਕਲੀਫ ਹੋ ਜੇ। ਹੁਣ ਕਿਉਂ, ਜਦੋਂ ਆਪਸ 'ਚ ਸਿੱਖਾਂ ਨੂੰ ਇੱਕ ਦੂਜੇ ਨਾਲ ਪਿਆਰ ਹੈ, ਠੀਕ ਹੈ, ਸਿੱਖ ਇਕੱਠੇ ਹੋਏ ਆ, ਜਿਵੇਂ ਤੁਸੀਂ ਕਿਹਾ ਕੌਮ ਇਕੱਠੀ ਹੋਈ ਹੈ, ਇਸ ਵਾਰੀ ਕੌਮ ਨੇ ਮੁੱਲ ਉਤਾਰਿਆ, ਤੇ ਤੁਸੀਂ ਕਿਉਂ ਚਾਹੁੰਦੇ ਹੋ ਕਿ ਕੌਮ ਇੱਤੜ ਪਿੱਤੜ ਹੋ ਜੇ? ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਦੇਸ਼ ਦੇ ਸਰਵੈਂਟ ਸੀਗੇ ਜੀ। ਉਹ ਇਸ ਦੇਸ਼ ਦੀ ਨੌਕਰੀ ਕਰਦੇ ਸੀਗੇ ਪੁਲਿਸ 'ਚ। ਉਹਨਾਂ ਨੇ ਜਦੋਂ ਦਰਬਾਰ ਸਾਹਿਬ ਢਾਉਂਦੇ ਹੋਏ ਦੇਖਿਆ ਤੇ ਬੇਗੁਨਾਹ ਇੰਨੇ ਪਰਿਵਾਰਾਂ, ਸਿੱਖ ਪਰਿਵਾਰਾਂ ਨੂੰ ਮਾਰਦੇ ਹੋਏ ਦੇਖਿਆ, ਤੇ ਇਹਨਾਂ ਦੀ ਮਾਨਸਿਕਤਾ ਹਿੰਦੂ ਰਾਸ਼ਟਰ ਦੀ ਸਮਝੀ, ਫਿਰ ਜਾ ਕੇ ਇਹਨਾਂ ਨੇ 10-15 ਦਿਨਾਂ 'ਚ ਅਸਤੀਫਾ ਦਿੱਤਾ ਕਿ ਮੈਂ ਇਸ ਦੇਸ਼ ਦੀ ਨਹੀਂ ਸੇਵਾ ਕਰ ਸਕਦਾ। ਮਹੁਆ ਮੋਇਤਰਾ ਨੇ ਇਹੀ ਹੁਣੇ ਆਖਿਆ ਪਾਰਲੀਮੈਂਟ 'ਚ, ਕਹਿੰਦੀ ਮੈਨੂੰ ਸ਼ਰਮ ਆ ਰਹੀ ਹੈ ਇਸ ਦੇਸ਼ 'ਚ ਰਹਿ ਕੇ ਕਿ ਇਹ ਦੇਸ਼ ਕਿਸ ਵੱਲ ਜਾ ਰਿਹਾ। ਸੋ ਇਹ ਚੀਜ਼ਾਂ, ਇਹ ਮਸਲੇ ਹੈਗੇ ਆ ਕਿ ਦੇਖੋ, ਇਹ ਧਰਮਾਂ ਦੀ ਜਿਹੜੀ ਲੜਾਈ ਹੈਗੀ, ਇਹਨੂੰ ਨੱਥ ਪਾਉਣ ਦੀ ਲੋੜ ਹੈ। ਲੋਕਾਂ ਦੀ ਮਾਲੀ ਹਾਲਾਤ ਹੈ, ਪਿੰਡਾਂ 'ਚ ਜਾਓ, ਰੰਗਰੇਟੇ ਪਰਿਵਾਰ ਵਿਚਾਰੇ ਤਬਾਹ ਹੋ ਰਹੇ ਹੈ, ਉਹਨਾਂ ਕੋਲੇ ਦਾਲ ਰੋਟੀ ਦੇ ਪੈਸੇ ਨਹੀਂ ਹੈਗੇ, ਕੁਛ ਨਹੀਂ ਹੈਗਾ। ਕਹਿੰਦੇ ਸਾਰੇ ਗਰੀਬਾਂ ਲਈ ਘਰ ਬਣਾ ਦਾਂਗੇ। ਇੰਦਰਾ ਗਾਂਧੀ ਦੇ ਟਾਈਮ ਤੋਂ ਨਾਰੇ ਲੱਗਦੇ ਆ ਰਹੇ, ਗਰੀਬੀ ਹਟਾਵਾਂਗੇ। ਗਰੀਬੀ
ਐਡੀ ਮਾੜੀ ਹੋ ਗਈ, ਇਹਨਾਂ ਮਸਲਿਆਂ ਤੇ ਕਿਉਂ ਨਹੀਂ ਧਿਆਨ ਦਿੰਦੇ। ਇੱਕ ਕਹਿੰਦਾ ਮੁੱਛੀਆਂ ਤੇ ਤੇਲ ਲਾਓ ਬੰਦੇ ਮਰ ਜਾਣਗੇ, ਦੂਜਾ ਕੁਝ ਹੋਰ ਕਹਿੰਦਾ। ਮਤਲਬ ਲੋਕਾਂ ਨੇ ਤਾਂ ਇਹੋ ਜਿਹਾ ਤੇਲ ਲਾਉਣਾ ਨਾ 2024 'ਚ ਇਹਨਾਂ ਨੂੰ ਸਮਝ ਨਹੀਂ ਆਉਣੀ ਕੀ ਹੋਇਆ ਕੀ ਹੈ। ਕੀ ਭਗਤ ਸਿੰਘ ਅੱਤਵਾਦੀ ਸੀ ਜਿੱਦਾਂ ਸਿਮਰਨਜੀਤ ਸਿੰਘ ਮਾਨ ਹੋਰੀ ਕਹਿੰਦੇ ਨੇ? ਭਗਤ ਸਿੰਘ ਬਾਰੇ ਤੁਹਾਡਾ ਔਰ ਮਾਨ ਸਾਹਿਬ ਦਾ ਕੀ ਵਿਚਾਰ ਹੈ, ਕੀ ਰਾਏ ਹੈ? ਕਿਉਂਕਿ ਤੁਹਾਡੀ ਗੱਲ ਹੁੰਦੀ ਹੋਏਗੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਤੁਸੀਂ ਪਹਿਲਾ ਬਿਆਨ ਖੋਲ ਕੇ ਦੇਖਿਓ, ਠੀਕ ਹੈ ਜੀ। ਪਹਿਲੀ ਗੱਲ ਤੇ ਤੁਸੀਂ ਇਹ ਸੋਚੋ ਕਿ ਨੈਸ਼ਨਲ ਮੀਡੀਆ ਸਾਰਾ ਭਗਤ ਸਿੰਘ ਦੇ ਮਸਲੇ ਤੇ ਆ ਗਿਆ, ਪੂਰਾ ਦੇਸ਼ ਛੱਡ ਕੇ ਭਗਤ ਸਿੰਘ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਆ ਗਿਆ। ਜਿਹੜਾ ਬੰਦਾ ਖੂੰਜੇ 'ਚ ਪਿਆ ਰਿਹਾ ਹੋਵੇ ਇੰਨੇ ਸਾਲਾਂ ਤੋਂ ਜੀ, ਉਹਨਾਂ ਤੇ ਸਿੱਧਾ ਆ ਗਿਆ ਇੱਕ ਮਸਲੇ ਤੇ। ਐਂਡ ਹੁਣ ਮੈਂ ਇਹਨਾਂ ਦਾ ਬਿਆਨ ਤੁਹਾਨੂੰ ਸਪਸ਼ਟ ਕਰਦਾ। ਸਰਦਾਰ ਭਗਤ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਇੱਕ ਫੈਸਲਾ ਕੀਤਾ ਸੀਗਾ। ਉਹ ਫੈਸਲਾ ਸੀਗਾ, ਪਹਿਲੀ ਗੱਲ ਤਾਂ ਦੇਸ਼ ਦੀ ਆਜ਼ਾਦੀ 'ਚ ਦੋ ਟਾਈਪਸ ਆਫ ਮੂਵਮੈਂਟ ਸੀਗੀ। ਇੱਕ ਮੂਵਮੈਂਟ ਸੀਗੀ ਜਿਹੜੀ ਨਰਮ ਸੁਭਾਅ ਨਾਲ ਚੱਲਦੀ ਸੀਗੀ, ਗਾਂਧੀ ਜੀ ਤੇ ਉਹਨਾਂ ਦੇ ਸਾਥੀ ਕੁਇਟ ਇੰਡੀਆ ਮੂਵਮੈਂਟ, ਉਹ ਡਾਂਡੀ ਮਾਰਚ ਤੇ ਸੱਤਿਆਗ੍ਰਹਿ ਵਗੈਰਾ। ਇੱਕ ਮੂਵਮੈਂਟ ਸੀਗੀ ਦੇਸ਼ ਦੀ ਆਜ਼ਾਦੀ 'ਚ ਜਿਹੜੀ ਥੋੜੀ ਜਿਹੀ ਐਕਸਟ੍ਰੀਮ ਸੀਗੀ, ਥੋੜੀ ਜਿਹੀ ਉਹ ਗਰਮ ਪੱਖੋਂ ਚੱਲਦੀ ਸੀਗੀ, ਤੇ ਉਹ ਜ਼ਿਆਦਾਤਰ ਨੌਜਵਾਨ ਸੀਗੇ। ਉਹ ਇਸ ਮੂਵਮੈਂਟ ਨਾਲ ਉਹਨਾਂ ਦਾ ਬਣ ਨਹੀਂ ਰਿਹਾ ਸੀਗਾ। ਉਹਦੇ 'ਚ ਸਰਦਾਰ ਭਗਤ ਸਿੰਘ ਜੀ ਆਉਂਦੇ। ਉਹਨਾਂ ਨੇ ਫੈਸਲਾ ਲਿੱਤਾ ਕਿ ਇੱਕ ਹੈੱਡ ਕਾਂਸਟੇਬਲ ਜਿਹੜੇ ਚੰਨਨ ਸਿੰਘ ਜੀ ਨੇ, ਉਹਨਾਂ ਨੇ ਗੋਲੀ ਮਾਰ ਕੇ ਖਤਮ ਕਰਤਾ ਤੇ ਪਾਰਲੀਮੈਂਟ 'ਚ ਉਹਨਾਂ ਨੇ ਬੰਬ ਸੁੱਟਤਾ। ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਅੱਧਾ ਕੁ ਬਿਆਨ ਹੈ। ਫਿਰ ਜਦੋਂ 1984 'ਚ ਦਰਬਾਰ ਸਾਹਿਬ ਟਾਇਆ ਗਿਆ ਤੇ ਇੰਨੇ ਬੇਗੁਨਾਹ ਸਿੱਖ ਪਰਿਵਾਰ ਮਾਰੇ ਗਏ। ਜਿਹੜੇ ਸਿੱਖ ਯੋਧਿਆਂ ਨੇ 1984 ਦਾ ਬਦਲਾ ਲਿੱਤਾ ਜੀ, ਉਹ ਅੱਤਵਾਦੀ, ਟੈਰਰਿਸਟ, ਰੈਡੀਕਲ, ਕਿਉਂਕਿ ਉਹਨਾਂ ਨੇ ਆਪਦੀ ਕੌਮ ਦਾ ਬਦਲਾ ਲਿੱਤਾ। ਜਿਨ੍ਹਾਂ ਨੇ ਭਗਤ ਸਿੰਘ ਜੀ ਨੇ ਆਪਦੀ ਕੌਮ ਵਾਸਤੇ, ਆਪਦੇ ਮੁਲਕ ਵਾਸਤੇ ਬਦਲਾ ਲੈ ਕੇ ਆਪਦੀ ਮੁਲਕ ਦੀ ਲੜਾਈ ਲੜੀ ਹੈ, ਉਹ ਹੀਰੋ। ਇਹ ਪਹਿਲਾ ਬਿਆਨ ਸੀਗਾ ਕਿ ਜੇ ਸੇਮ ਕਰਤੂਤ ਕੀਤੀ ਹੈ, ਸੇਮ ਚੀਜ਼ ਕੀਤੀ ਹੈ, ਸੇਮ ਇਨਸਾਫ ਦੀ ਲੜਾਈ ਲੜੀ ਹੈ, ਇੱਕ ਨੂੰ ਤੁਸੀਂ ਟੈਰਰਿਸਟ ਕਹਿ ਸਕਦੇ ਹੋ, ਦੂਜੇ ਨੂੰ ਤੁਸੀਂ ਇਹ ਦੇਸ਼ ਭਗਤ ਕਹਿ ਰਹੇ ਹੋ। ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ। ਸੋ ਇਹ ਸੀਗਾ ਬਿਆਨ। ਐਂਡ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਕੁਆਲਿਟੀ ਹੈਗੀ ਹੈ, ਉਹ ਹਿਸਟਰੀ ਦੇ 골ਡ ਮੈਡਲਿਸਟ ਹੈਗੇ ਆ, ਪੜ੍ਹੇ ਲਿਖੇ ਇਨਸਾਨ ਹੈਗੇ ਆ। ਇਹਨਾਂ ਵਰਗੇ ਨਹੀਂ ਹੈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਦੇਵ ਮਾਨ ਵਰਗੇ ਜਿਹੜੇ ਬਸ ਟਵੀਟ ਤੇ ਟਵੀਟ ਛੱਡੀ ਜਾਂਦੇ ਆ। ਇਹ ਜੋ ਵੀ ਗੱਲ ਕਰਨਗੇ ਅੱਗੇ ਵੀ, ਜਿਹੜੀ ਵੀ ਗੱਲ ਅੱਜ ਤੱਕ ਕੀਤੀ ਹੈ ਉਹ ਇਤਿਹਾਸ ਦੀ ਤੱਥਾਂ ਤੇ ਕੀਤੀ ਹੈ, ਪੜ੍ਹ ਲਿਖ ਕੇ ਕੀਤੀ ਹੈ, ਠੀਕ ਹੈ ਜੀ। ਉੱਥੋਂ ਹੀ ਅਸੀਂ ਇਹ ਚੀਜ਼ਾਂ ਸਿੱਖੇ ਆ, ਠੀਕ ਹੈ ਜੀ। ਤੇ ਜਦੋਂ ਉਹਨਾਂ ਨੇ ਤੱਥਾਂ ਦੀ ਗੱਲ ਕੀਤੀ ਹੈ ਤੇ ਕਿਹਾ ਕਿ ਦੋ ਕੌਮਾਂ ਲਈ ਅੱਡ-ਅੱਡ ਕਾਨੂੰਨ ਹੈਗਾ, ਤੇ ਉਹਨਾਂ ਦੀ ਆਦਤ ਹੈ ਕਿ ਚਾਹੇ ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ, ਜਿਹੜੀ ਗੱਲ ਉਹਨਾਂ ਨੂੰ ਸੱਚ ਸਾਬਿਤ ਹੋਈ ਹੈ ਉਹਨਾਂ ਦੀ ਪੜ੍ਹਾਈ ਲਿਖਾਈ 'ਚ, ਉਹਨਾਂ ਨੇ ਠੋਕ ਕੇ ਕਰਨੀ ਹੈ। ਸੋ ਉਹ ਚੀਜ਼ ਦਾ ਤਾਂ ਮੁੱਲ ਪਾਇਆ ਲੋਕਾਂ ਨੇ। ਮੈਂ ਇਹ ਨਹੀਂ ਕਹਿ ਰਿਹਾ ਅੱਤਵਾਦੀ ਕਹਿ ਕੇ ਮੁੱਲ ਪਾਇਆ ਜਾਂ ਨਹੀਂ ਕਹਿ ਕੇ, ਮੈਂ ਕਹਿ ਰਿਹਾ ਹਾਂ ਕਿ ਜਿਹੜੀ ਗੱਲ ਉਹਨਾਂ ਨੇ ਲੋਕਾਂ ਨੂੰ ਸਮਝਾਈ ਹੈ, ਚਾਹੇ ਉਹ ਕਈ ਲੋਕਾਂ ਨੂੰ ਚੰਗੀ ਨਾ ਲੱਗਦੀ ਹੋਵੇ, ਸਿਧਾਂਤਕ ਉਹਨਾਂ ਦਾ ਕੈਰੈਕਟਰ ਹੋਣ ਕਰਕੇ ਲੋਕਾਂ ਨੇ 23 ਸਾਲਾਂ ਬਾਅਦ ਉਸ ਜਰਨੈਲ ਨੂੰ ਜਿਤਾਇਆ। ਸੋ ਰਵਨੀਤ ਬਿੱਟੂ ਤੇ ਫਿਰ ਆਉਂਦਾ ਮੈਂ। ਰਵਨੀਤ ਬਿੱਟੂ ਨੇ ਕਿਉਂਕਿ ਕਾਫੀ ਸਾਰੇ ਬਿਆਨ। ਰਵਨੀਤ ਬਿੱਟੂ ਕਹਿੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸੰਤਾਂ ਦੀ ਤਸਵੀਰ ਐਡੀ ਵਧੀਆ ਕਿਉਂ ਲੱਗ ਰਹੀ ਹੈ, ਜਾਂ ਜਗਤਾਰ ਸਿੰਘ ਹਵਾਰੇ ਦੀ ਤਸਵੀਰ ਐਡੀ ਵਧੀਆ ਕਿਉਂ ਲੱਗ ਰਹੀ ਹੈ ਕਿ PRTC ਦੀਆਂ ਬੱਸਾਂ ਤੋਂ ਤਸਵੀਰ ਉਤਰਨ ਦਾ ਆਰਡਰ ਆਇਆ ਤੇ ਮਾਨ ਸਾਹਿਬ ਨੇ ਰੌਲਾ ਪਾ ਲਿਆ। ਮਾਨ ਸਾਹਿਬ ਨੇ ਕਿਹਾ ਕਿ ਨਹੀਂ, ਇਹ ਉਤਰਨੀਆਂ ਨਹੀਂ ਚਾਹੀਦੀਆਂ ਹੈਗੀਆਂ। ਰਵਨੀਤ ਬਿੱਟੂ ਨੂੰ ਉਹਨਾਂ ਤਸਵੀਰਾਂ ਤੋਂ ਕੀ ਡਰ ਹੈ? ਜੇ ਮਾਨ ਸਾਹਿਬ ਉਹਨਾਂ ਤਸਵੀਰਾਂ ਨੂੰ ਪਿਆਰ ਕਰਦੇ ਆ ਜਾਂ ਕਹਿੰਦੇ ਆ ਕਿ ਨਹੀਂ ਉਤਰਨੀਆਂ ਚਾਹੀਦੀਆਂ ਬੱਸਾਂ ਦੇ ਉੱਤੋਂ, ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਾਰੀ ਸਿੱਖ ਕੌਮ ਨੂੰ ਪਿਆਰ ਹੈਗਾ, ਠੀਕ ਹੈ ਜੀ। ਬੱਸ ਕੰਡਕਟਰਾਂ ਨੇ ਕਿੰਨੀ ਵੱਡੀ ਉੱਥੇ ਪਾਰਟੀ ਕੀਤੀ ਹੈ ਜਦੋਂ ਇਹਨਾਂ ਨੇ ਵਾਪਸ ਲਿੱਤਾ ਆਰਡਰ, ਠੀਕ ਹੈ। ਜਿਹੜੇ ਬਿੱਟੂ ਸਾਹਿਬ ਹੈਗੇ ਆ, ਮੈਨੂੰ ਨਾ ਇਹਨਾਂ ਦੀ ਦੇਸ਼ ਭਗਤੀ ਨਹੀਂ ਸਮਝ ਆਉਂਦੀ ਬਿਲਕੁਲ ਵੀ। ਤੇ ਬਿੱਟੂ ਸਾਹਿਬ ਨੂੰ ਉਹ ਆਪਦੇ ਹੀਰੋ ਜਾਂ ਹੀਰੋਇਨ ਬੀਬੀ ਇੰਦਰਾ ਗਾਂਧੀ ਜੀ ਨੂੰ ਮੰਨਦੇ ਹੈਗੇ ਆ, ਠੀਕ ਹੈ ਜੀ। ਸਿੱਖ ਨਹੀਂ ਮੰਨਦੇ। ਸਿੱਖਾਂ ਦੇ ਐਡੇ ਸਾਰੇ, ਮੇਰੇ ਖਿਆਲ ਹਰ ਪਰਿਵਾਰ ਤੋਂ ਕੋਈ ਨਾ ਕੋਈ ਜੀ ਹੋਣਾ ਜਿਹਨੂੰ ਤਬਾਹ ਕੀਤਾ ਸੀਗਾ। ਇਹਨੂੰ ਜੈਨੋਸਾਈਡ ਕਹਿੰਦੇ।
ਮੈਮੋਰੀਸਾਈਡ ਕੀਤਾ ਇਹਨਾਂ ਨੇ ਜਿੱਥੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਨਾ ਇਹ ਬਿੱਟੂ ਸਾਹਿਬ ਜੀ ਉਸੀ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਤਬਾਹ ਕੀਤਾ। ਕਿਉਂ ਜਾ ਕੇ ਮੱਥਾ ਟੇਕਣਾ ਬੰਦ ਕਰ ਦਿਓ ਤੁਸੀਂ ਦਰਬਾਰ ਸਾਹਿਬ 'ਚ। ਉਸੀ ਦਰਬਾਰ ਸਾਹਿਬ 'ਚ ਇਹਨਾਂ ਨੇ ਟੈਂਕ ਤੋਂ ਪਵਾੜ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕਰਤੀ। ਹੁਣ ਤੁਸੀਂ ਮੱਥਾ ਵੀ ਟੇਕਦੇ ਹੋ ਪਖੰਡ ਕਰਨ ਵਾਸਤੇ, ਇਹ ਲੋਕਾਂ ਨੂੰ ਦੱਸੋ ਨਾ ਕਿ ਜਿੱਥੇ ਜਿਹੜੀ ਜਮਾਤ ਨੇ ਤਬਾਹ ਕੀਤਾ ਹੋਵੇ ਸਿੱਖਾਂ ਨੂੰ, ਜੈਨੋਸਾਈਡ ਕੀਤਾ ਹੋਵੇ, ਉਸ ਯੋਧੇ ਨੂੰ ਤੁਸੀਂ ਅੱਤਵਾਦੀ ਕਹਿ ਰਹੇ ਹੋ। ਤੇ ਜਿਨ੍ਹਾਂ ਨੇ ਇਹ ਸਾਰੀ ਅੱਤਵਾਦੀ ਤਬਾਹੀ ਮਚਾਈ ਹੈ ਉਹਨਾਂ ਨੂੰ ਤੁਸੀਂ ਮਾਤਾ ਜੀ ਕਹਿ ਰਹੇ ਹੋ। ਇਹ ਤੁਸੀਂ ਰਾਜਾ ਵੜਿੰਗ ਜੀ ਦਾ ਵੀ ਕੱਢਿਓ ਡੇਟਾ, ਜਿੱਥੇ ਉਹ ਇਲੈਕਸ਼ਨ 'ਚ ਕੈਂਪੇਨ ਕਰਕੇ ਆਇਆ ਸੰਗਰੂਰ 'ਚ, ਜਿੱਥੇ ਵੀ ਉਹ ਇਹੋ ਜਿਹਾ ਗੰਦ ਬੋਲ ਕੇ ਆਏ ਆ ਉੱਥੇ ਕਾਂਗਰਸ ਦੀ ਵੋਟਾਂ 2 ਗੁਣੀਆਂ ਤੋਂ ਪਿਛਲੇ 2 ਇਲੈਕਸ਼ਨਾਂ ਤੋਂ ਘਟੀ ਹੈ। ਐਡਾ ਤਕੜਾ ਪ੍ਰਧਾਨ ਹੈ। ਜਿਹੜੇ ਯੋਧਿਆਂ ਨੂੰ ਇਹ ਬਹੁਤ ਬੁਰੇ ਲਫ਼ਜ਼ ਬੋਲ ਰਹੇ ਨੇ, ਮੈਂ ਉਹਦੇ ਵਿੱਚ ਸਾਰੇ ਹੀ ਲੈਣਾ ਜਿਨ੍ਹਾਂ ਨੂੰ ਇਹ ਸਵਾਲ ਪਹਿਲਾਂ ਵੀ ਆ ਚੁੱਕਿਆ, ਪਰ ਤੁਹਾਡੇ ਵਾਲੀ ਗੱਲ ਕਿ ਰਵਨੀਤ ਬਿੱਟੂ ਹੋਰਾਂ ਦੀ ਦੇਸ਼ ਭਗਤੀ ਪਤਾ ਨਹੀਂ ਕਿੱਦਾਂ ਦੀ ਹੈ, ਇਹ ਖੈਰ ਉਹਨਾਂ ਤੋਂ ਉੱਤਰ ਲਵਾਂਗੇ ਆਪਾਂ। ਸਿਕਿਉਰਿਟੀ ਲੈਂਦੀ ਹੈ ਕਿਉਂਕਿ ਭੜਕਾਉਣਗੇ ਲੋਕਾਂ ਨੂੰ, ਥ੍ਰੈਟ ਆ ਜਾਊਗਾ 2 ਹੋਰ ਜਿਪਸੀਆਂ ਮਿਲ ਜਾਣਗੀਆਂ ਤੇ 1 ਹੋਰ ਬੁਲੇਟ ਪ੍ਰੂਫ ਗੱਡੀ। ਇਹੀ ਤਾਂ ਇਹਨਾਂ ਦੀ ਜ਼ਿੰਦਗੀ ਹੈ ਪੂਰੀ। ਬਸ ਹੋਰ ਦੱਸੋ ਤੁਸੀਂ ਦੱਸੋ ਇਤਿਹਾਸ ਬਾਰੇ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ, ਐਸਵਾਈਐਲ ਬਾਰੇ ਕੀਤੀ ਹੋਵੇ, ਯੂਨੀਵਰਸਿਟੀ ਬਾਰੇ ਕੀਤੀ ਹੋਵੇ। ਉਹ ਬੀਜੇਪੀ ਦੇ ਓਪੋਜੀਸ਼ਨ ਹੈਗੇ ਆ, ਖਹਿਰਾ ਸਾਹਿਬ ਦਾ ਕਰਦੇ ਆ, ਉਹ ਕਿਉਂ ਨਹੀਂ ਕਰਦੇ? ਭਗਵੰਤ ਮਾਨ ਹੋਰੀ ਜਦੋਂ ਬਤੌਰ MP ਸੰਸਦ ਦੇ ਵਿੱਚ ਹੁੰਦੇ ਸੀ, ਤੁਸੀਂ ਉਹਨਾਂ ਦੀਆਂ ਸਪੀਚਿਸ ਸੁਣੀਆਂ ਹੋਣਗੀਆਂ, ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਨੂੰ ਐਡਰੈਸ ਕਰਦੇ ਰਹੇ, ਉਹ ਬਹੁਤ ਵਾਇਰਲ ਹੁੰਦੀਆਂ ਰਹੀਆਂ, ਲੋਕਾਂ ਨੇ ਪਸੰਦ ਵੀ ਕੀਤੀਆਂ। ਮਾਨ ਸਾਹਿਬ ਤੋਂ ਇਹ ਉਮੀਦ ਹੋਏਗੀ ਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਮੁੱਦੇ, ਪੰਜਾਬ ਦੀ ਨੌਜਵਾਨੀ ਦੀ ਗੱਲ ਤੁਸੀਂ ਕਹਿ ਰਹੇ ਸੀ, ਬ੍ਰੇਨ ਡਰੇਨ ਹੋ ਰਿਹਾ, ਸਾਡੀ ਨੌਜਵਾਨੀ ਬਾਹਰ ਜਾ ਰਹੀ ਹੈ, SYL ਪਾਣੀਆਂ ਦਾ ਮੁੱਦਾ, ਪੰਜਾਬ ਦੇ ਵਿੱਚ ਗਰੀਬੀ ਦਾ ਮਸਲਾ, ਪੰਜਾਬ ਦੇ ਵਿੱਚ ਧਾਰਮਿਕ ਸੱਭਿਆਚਾਰਕ ਜਿਹੜਾ ਵਿਗਾੜ ਆ ਰਿਹਾ, ਉਹ ਮਸਲੇ ਸੁਣਨ ਨੂੰ ਮਿਲਣਗੇ ਸਾਨੂੰ ਮਾਨ ਸਾਹਿਬ ਤੋਂ, ਕਿਉਂਕਿ ਦੋਵੇਂ ਮਾਨ ਨੇ। ਮਾਨ ਸਾਹਿਬ ਨੇ ਕਿਹਾ ਕਿ ਮਾਨ ਦਾ ਫਰਕ ਹੈ, ਮੈਂ ਕਹਿੰਦੇ ਉੱਧਰੋਂ ਆਇਆ ਹੋਇਆ, ਪਾਕਿਸਤਾਨੋਂ ਆਇਆ ਹੋਇਆ, ਤੇ ਇਹ ਇੱਥੋਂ ਵਾਲੇ ਮਾਨ ਨੇ, ਕਹਿੰਦੇ ਮਾਨ ਦਾ ਫਰਕ ਹੈ। ਉਹ ਫਰਕ ਦੇਖਣ ਨੂੰ ਮਿਲੇਗਾ ਆਪਾਂ ਨੂੰ, ਜ਼ਰੂਰ ਮਿਲੂਗਾ ਦੇਖਣ। ਪਹਿਲੀ ਗੱਲ ਤਾਂ ਜਿਹੜਾ ਕੈਂਸਰ ਹੁੰਦਾ ਨਾ ਉਹਨੂੰ ਜੜ ਤੋਂ ਪੱਟਣ ਦੀ ਲੋੜ ਹੈ। ਅੱਜ ਵੀ 1984 ਦੇ ਜਿਹੜੇ ਕਾਤਲ ਹੈਗੇ ਆ ਟਾਈਟਲਰ, ਹਰਭਜਨ ਲਾਲ ਹੋਰੀ, ਉਹ ਆਮ ਫਿਰਦੇ ਨੇ, ਉਹਨਾਂ ਨੂੰ ਨੱਥ ਕਿਉਂ ਨਹੀਂ ਪਾਈ? ਇੰਨੇ ਸਾਲ ਹੋ ਗਏ। ਇਸੇ ਕਰਕੇ ਤਾਂ ਨੌਜਵਾਨ ਮੁੰਡੇ ਭੱਜੀ ਜਾਂਦੇ ਇੱਥੋਂ, ਕਿਉਂਕਿ ਇੱਥੇ ਅਰਥ ਵਿਵਸਥਾ ਤਾਂ ਹੈਗੀ ਨਹੀਂ ਬਿਲਕੁਲ ਵੀ, ਤੇ ਇਨਸਾਫ ਦੀ ਤਾਂ ਕੋਈ ਉਮੀਦ ਨਹੀਂ ਹੈਗੀ। ਪਹਿਲੀ ਉਹਨਾਂ ਨੇ ਆਵਾਜ਼ ਚੁੱਕਣੀ ਹੈ ਉਸ ਚੀਜ਼ ਨੂੰ ਨੱਥ ਪਾਉਣ ਵਾਸਤੇ। ਫਿਰ ਉਹਨਾਂ ਨੇ ਸਾਰੇ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਚੁੱਕਣੀ ਹੈ। ਸੰਸਦ 'ਚ ਜੋ ਵੀ ਭੇਜਿਆ ਜਾਂਦਾ ਨਾ ਜੀ ਸੂਬਿਆਂ ਤੋਂ, ਉਹ ਸੂਬਿਆਂ ਦੇ ਮਸਲਿਆਂ ਦੇ ਆਵਾਜ਼ ਚੁੱਕਣ ਵਾਸਤੇ ਭੇਜਿਆ ਜਾਂਦਾ। ਤੁਸੀਂ ਮਾਨ ਸਾਹਿਬ ਦੇ ਜਿੱਤਣ ਤੋਂ ਬਾਅਦ ਇਕੱਠੇ ਬੈਠੇ ਹੋਵੋਗੇ ਜਾਂ ਤੁਹਾਡੀ ਫੋਨ ਤੇ ਗੱਲ ਹੁੰਦੀ ਹੋਣੀ ਆ, ਵਿਚਾਰ ਚਰਚਾ ਕੀਤੀ ਹੋਣੀ ਆ, ਕੀ ਪਲੈਨਿੰਗਸ ਨੇ ਸੰਗਰੂਰ ਨੂੰ ਲੈ ਕੇ? ਕਿਉਂਕਿ ਉਹ ਹਲਕਾ ਹੁਣ ਉਸ ਹਲਕੇ ਨੇ ਹੁਣ CM ਦਿੱਤਾ ਹੋਇਆ, ਜਿਹੜਾ ਮੌਜੂਦਾ CM ਹੈ, ਤਾਂ ਮਾਨ ਸਾਹਿਬ ਦੀ ਕੀ ਸੋਚ ਹੈ ਕਿ ਸੰਗਰੂਰ ਨੂੰ ਕਿੱਥੇ ਲੈ ਕੇ ਜਾਣਾ, ਔਰ ਸੰਗਰੂਰ ਦੇ ਬਾਰੇ ਕੀ ਪਲੈਨਿੰਗਸ ਨੇ? ਮਾਨ ਸਾਹਿਬ ਦੇ ਸੰਗਰੂਰ 'ਚ ਸੰਗਰੂਰ ਨਾਲ ਉਹਨਾਂ ਦਾ ਖਾਸ ਲਗਾਅ ਹੈਗਾ। ਜਿਹੜਾ PGI ਵੀ ਬਣਿਆ ਸੰਗਰੂਰ 'ਚ, ਉਹਦਾ ਨੀਂਹ ਪੱਥਰ ਪ੍ਰਧਾਨ ਸਾਹਿਬ ਨੇ ਪਾਰਲੀਮੈਂਟ ਤੋਂ ਲੈ ਕੇ ਆਏ ਸੀਗੇ, ਤੇ ਫਿਰ ਉਹਨਾਂ ਨੇ ਸਿੰਗਲਾ ਸਾਹਿਬ ਦੀ ਵੀ ਤਾਰੀਫ ਕੀਤੀ ਹੈ ਕਿ ਤੁਸੀਂ ਆਹ ਕੰਮ ਆਪ ਦੇ ਟਨਿਓਰ 'ਚ ਖਤਮ ਕਰਵਾ ਲਿਆ। ਠੀਕ ਹੈ ਜੀ, ਤੇ ਇਹੋ ਜਿਹੇ ਕੰਮ ਕਰਵਾਏ। ਤੁਸੀਂ ਸੜਕਾਂ, ਜਦੋਂ ਆਪਾਂ ਸੰਗਰੂਰ ਜਾਵਾਂਗੇ, ਕਈ ਲਿੰਕਸ ਹੈਗੀਆਂ, ਕਈ ਵੱਡੀਆਂ ਸੜਕਾਂ ਹੈਗੀਆਂ, ਕਈ ਟ੍ਰੇਡ ਰੂਟਸ ਹੈਗੀਆਂ ਜਿਹੜੀ ਉਹਨਾਂ ਦੇ ਨਾਮ ਦੀਆਂ ਅੱਜ ਵੀ ਬੋਲਦੀਆਂ। ਠੀਕ ਹੈ, ਪਾਰਲੀਮੈਂਟ ਪੁਰਾਣੇ ਟਾਈਮ ਦੀਆਂ ਜਦੋਂ ਪਹਿਲਾਂ MP ਸੀ, ਬਿਲਕੁਲ ਜੀ ਬਿਲਕੁਲ। ਟੈਂਕੀਆਂ ਹੈਗੀਆਂ ਉੱਥੇ, ਕਬਰਸਤਾਨਾਂ ਹੈਗੀਆਂ, ਮੁਸਲਮਾਨਾਂ ਦੀ ਕਬਰਸਤਾਨਾਂ ਦੀ 4 ਦੀਵਾਰੀਆਂ ਹੈਗੀਆਂ ਉੱਥੇ, ਕਿੱਥੇ ਕਿੰਨੇ ਥਾਵਾਂ 'ਚ ਤੁਸੀਂ ਅੱਜ ਵੀ ਉਹ ਦੇਖੋਗੇ। ਠੀਕ ਹੈ ਜੀ, ਇਹ ਵਿਕਾਸ ਕਰਨਾ ਤਾਂ ਕੋਈ ਔਖਾ ਕੰਮ ਨਹੀਂ ਹੈਗਾ। ਵਿਕਾਸ ਲਈ ਪੈਸੇ ਸਰਕਾਰ ਤੁਹਾਡੇ ਚੁਣੇ ਹੋਏ ਨੁਮਾਇੰਦੇ ਨੂੰ ਦਿੰਦੀ ਹੈ। ਸਿਧਾਂਤਕ ਹੋਣਾ ਬਹੁਤ ਔਖਾ ਕੰਮ ਹੈ। ਠੀਕ ਹੈ ਜੀ, ਕਿਉਂਕਿ ਜੇ ਤੁਸੀਂ ਇੱਕ ਜਮਾਤ 'ਚ ਰਹਿ ਕੇ ਕਰਪਸ਼ਨ ਕਰਕੇ ਆਪ ਤੇ ਜੇਬ ਭਰੀ ਜਾਓਗੇ ਤੇ ਫਿਰ ਜਦੋਂ ਉਹ ਜਮਾਤ ਪਾਵਰ 'ਚੋਂ ਨਿਕਲ ਜੂਗੀ ਤੇ ਫਿਰ ਤੁਹਾਨੂੰ ਛਾਲ ਮਾਰ ਕੇ ਦੂਜੀ ਜਮਾਤ 'ਚ ਭੱਜ ਜਾਣਾ ਪੈਣਾ ਬਚਣ ਵਾਸਤੇ। ਇਹ ਸਿਧਾਂਤ ਗਲਤ ਸਿਧਾਂਤ ਹੁੰਦੇ, ਇਹ ਲੋਕਾਂ ਨੇ ਦੇਖ ਲਿਆ। ਠੀਕ ਹੈ, ਸਿਆਸਤਦਾਨ ਹੋ ਗਏ ਫੇਲ, ਖਤਮ। ਲੋਕਾਂ ਨੇ ਇਹ ਚੀਜ਼ ਦੇਖ ਲਈ ਹੈ ਤੇ ਇਹੀ ਚੀਜ਼ ਉਹਨਾਂ ਨੇ ਸਿਧਾਂਤਕ ਹੋ ਕੇ ਫੈਸਲਾ ਲਿੱਤਾ ਕਿ ਆਪਾਂ ਸਿਧਾਂਤਾਂ ਵਾਲਿਆਂ ਨਾਲ ਚੱਲਣਾ, ਹੁਣ ਜਿਨ੍ਹਾਂ ਦੇ ਸਿਧਾਂਤ ਹੋਣ। ਆਉਣ ਵਾਲੇ ਸਮੇਂ ਦੇ ਵਿੱਚ ਮਿਸਟਰ ਗੋਬਿੰਦ ਸਿੰਘ ਸੰਧੂ ਯਾਨੀ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਦਿਖਾਈ ਦਿਓਗੇ? ਮੈਂ ਐਕਟਿਵ ਪੋਲਿਟਿਕਸ 'ਚ ਹੀ ਹੈਗਾ ਜੀ। ਮੈਂ ਹੁਣੇ ਕੱਲ ਰਾਤ ਨੂੰ ਹੀ ਮੈਂ ਸੰਗਰੂਰ ਤੋਂ ਇੱਥੇ ਵਾਪਸ ਪਹੁੰਚਿਆ
ਤੇ ਪੂਰੀ ਕੋਸ਼ਿਸ਼ ਕਰ ਰਿਹਾ। ਹਜੇ ਮੇਰੀ ਉਮਰ ਘੱਟ ਹੈਗੀ ਹੈ ਤੇ ਨਹੀਂ, ਪਰ 2024 ਦੇ ਵਿੱਚ ਜਿਸ ਤਰੀਕੇ ਨਾਲ ਇਸ ਵਕਤ ਮਾਨ ਸਾਹਿਬ ਨੂੰ ਵਧੀਆ ਹੁੰਗਾਰਾ ਮਿਲਿਆ, 23 ਸਾਲ ਬਾਅਦ ਹੁੰਗਾਰਾ ਮਿਲਿਆ, 2024 ਦੇ ਵਿੱਚ ਗੋਬਿੰਦ ਸਿੰਘ ਸੰਧੂ ਸਾਨੂੰ ਕਿਤੋਂ ਇਲੈਕਸ਼ਨ ਲੜਦੇ ਨਜ਼ਰ ਆਉਣਗੇ ਜੇਕਰ ਮਾਨ ਸਾਹਿਬ ਤੁਹਾਡੀ ਡਿਊਟੀ ਲਾਉਂਦੇ ਨੇ? ਇਹ ਤਾਂ ਜੀ ਜਦੋਂ ਡਿਊਟੀ ਲਾਉਂਦੇ ਆ ਤੇ ਜਦੋਂ ਪਾਰਟੀ ਉਹ PAC ਦੇ ਫੈਸਲੇ ਹੁੰਦੇ ਆ, ਮੇਰਾ ਤਾਂ ਉਹ ਫੈਸਲਾ ਹੋ ਨਹੀਂ ਸਕਦਾ। ਉਹ ਪਾਰਟੀ ਨੇ ਤੇ ਪਾਰਟੀ ਦੇ ਸਾਰੀ ਉੱਥੇ ਦੀ ਜਥੇਬੰਦੀ ਨੇ ਫੈਸਲਾ ਕਰਨਾ ਹੈ, ਉਹਨਾਂ ਦੀ ਮੰਗ ਹੋਊਗੀ ਫਿਰ ਜਾ ਕੇ। ਜਿਵੇਂ ਪ੍ਰਧਾਨ ਸਾਹਿਬ ਨਹੀਂ ਲੜਨਾ ਚਾਹੁੰਦੇ ਸੀਗੇ ਇਲੈਕਸ਼ਨ, ਠੀਕ ਹੈ ਜੀ, ਤੇ ਮਾਨ ਸਾਹਿਬ ਨਹੀਂ ਲੜਨਾ ਚਾਹੁੰਦੇ ਸੀ ਇਸ ਵਾਰ? ਨਹੀਂ, ਸ਼ੁਰੂਆਤ 'ਚ ਅਮਰਗੜ੍ਹ ਦੀ ਇਲੈਕਸ਼ਨ ਤੋਂ ਬਾਅਦ, ਵਿਧਾਨ ਸਭਾ ਤੋਂ ਬਾਅਦ ਬਹੁਤ ਇਹੋ ਜਿਹੇ ਕਾਰਨ ਹੁੰਦੇ ਆ, ਠੀਕ ਹੈ ਜੀ। ਇੱਕ ਤਾਂ ਜਿਹੜੀਆਂ ਪਾਰਟੀਆਂ 23 ਸਾਲਾਂ ਤੋਂ ਨਹੀਂ ਜਿੱਤ ਰਹੀਆਂ ਹੁੰਦੀਆਂ, ਉਹਨਾਂ ਦੇ ਰਿਸੋਰਸਿਸ ਖਤਮ ਹੋ ਜਾਂਦੇ ਆ, ਬਹੁਤ ਦਿੱਕਤਾਂ ਹੁੰਦੀਆਂ, ਠੀਕ ਹੈ ਜੀ। ਤੇ ਫਿਰ ਜਦੋਂ ਪਾਰਟੀ ਨੇ ਮੰਗ ਕੀਤੀ, PAC 'ਚ ਮਤਾ ਪਾਇਆ ਕਿ ਨਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਲੜਾਉਣਾ ਹੀ ਲੜਾਉਣਾ, ਉਹ PAC ਨੂੰ ਨਹੀਂ ਮੋੜ ਸਕਦੇ ਬਿਲਕੁਲ ਵੀ। ਸਾਡੀ ਹੁਣ ਬਾਦਲ ਦਲ ਤਾਂ ਨਹੀਂ ਹੈਗੀ ਨਾ ਜਿੱਥੇ ਇੱਕੋ ਹੀ ਜਣੇ ਦਾ ਫੈਸਲਾ ਸਾਰਿਆਂ ਤੇ ਹਾਵੀ ਹੋਊਗਾ। ਇਹ ਪਾਰਟੀ 'ਚ ਸਾਰੇ ਫੈਸਲੇ। ਵਧੀਆ ਇੱਕ ਪਰਿਵਾਰ ਦਾ ਨਾਮ ਲੈ ਲਿਆ, ਬਾਦਲ ਦਲ ਦਾ ਨਾਮ ਲੈ ਲਿਆ। ਬੇਅਦਬੀਆਂ ਦੇ ਮਾਮਲੇ ਦੇ ਉੱਤੇ ਮਾਨ ਸਾਹਿਬ, ਪੰਜਾਬ ਸਰਕਾਰ ਦੀ ਜਿਹੜੀ ਇੱਕ ਰਿਪੋਰਟ ਆਈ ਹੈ, ਜਿਹੜੀ ਥੋੜੇ ਦਿਨ ਪਹਿਲਾਂ ਤੁਹਾਨੂੰ ਧਿਆਨ ਹੋਏਗਾ, ਉਸ ਦੇ ਵਿੱਚ ਸਾਰਾ ਕੁਝ ਸੌਦਾ ਸਾਧ ਦੇ ਉੱਤੇ ਸੁੱਟ ਦਿੱਤਾ ਗਿਆ, ਉਸ ਦੇ ਪੈਰੋਕਾਰਾਂ ਦੇ ਉੱਤੇ ਸੁੱਟ ਦਿੱਤਾ ਗਿਆ, ਲੇਕਿਨ ਬਾਦਲ ਪਰਿਵਾਰ ਦਾ ਕੋਈ ਜ਼ਿਕਰ ਨਹੀਂ ਆਇਆ ਹੈਗਾ। ਲੋਕਾਂ ਦੇ ਵਿੱਚ ਚਰਚਾ ਹੈ ਕਿ ਇਹ ਪਰਿਵਾਰ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈ। ਬਾਦਲ ਦਲ ਉਸ ਰਿਪੋਰਟ ਦੀ ਟਸ਼ਨ ਬਣਾ ਰਿਹਾ। ਉਹ ਰਿਪੋਰਟ ਇਨਕਨਕਲੂਸਿਵ ਰਿਪੋਰਟ ਹੈ। ਉਹ ਸਿਰਫ ਇੱਕ ਖਿੱਤੇ ਦੀ ਰਿਪੋਰਟ ਹੈ। ਜੇ ਬਰਗਾੜੀ 'ਚ 10 ਖਿੱਤੇ ਹੈਗੇ ਆ, ਉਹ ਇੱਕ ਖਿੱਤੇ ਦੀ ਰਿਪੋਰਟ ਹੈ, ਠੀਕ ਹੈ ਜੀ। ਤੇ ਮੈਨੂੰ ਉਸ ਰਿਪੋਰਟ ਬਾਰੇ ਮੈਂ ਜ਼ਿਆਦਾ ਜਾਣੂ ਨਹੀਂ ਹੈਗਾ, ਪਰ ਮੈਨੂੰ ਇੰਨਾ ਪਤਾ ਕਿਉਂਕਿ ਉਸ ਦਿਨ ਉੱਥੇ ਡਿਸਕਸ਼ਨ ਹੋ ਰਹੀ ਸੀਗੀ, ਤੇ ਸਿਰਫ ਇੱਕ ਖਿੱਤੇ ਦੀ ਉਹ ਰਿਪੋਰਟ ਹੈਗੀ ਹੈ। ਤੇ ਉਹਨੂੰ ਦੇਖੋ, ਸਿੱਖ ਕੌਮ ਦਾ ਇਹ ਸਭ ਤੋਂ ਵੱਡਾ ਮਸਲਾ ਹੈ, ਗੁਰੂ ਗ੍ਰੰਥ ਸਾਹਿਬ ਦਾ ਮਸਲਾ ਜੀ। ਜੇ ਕਿਤੇ ਸਰਕਾਰ ਮੌਜੂਦਾ ਕੋਈ ਵੀ ਲਾਪਰਵਾਹੀ ਕਰਦੀ ਹੈ, ਤੇ ਜੇ ਕਿਤੇ ਕੋਈ ਵੀ ਇਨਕੁਆਇਰੀ 'ਚ ਲਾਪਰਵਾਹੀਆਂ ਹੁੰਦੀਆਂ, ਤੇ ਸਿੱਖਾਂ ਨੇ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਬਿਲਕੁਲ ਵੀ। ਸਾਰੇ ਸਿੱਖ ਦੇਸ਼ ਭਰ ਦੇ ਜਗਤ 'ਚ ਜਿੰਨੇ ਵੀ ਸਿੱਖ ਰਹਿੰਦੇ ਆ, ਸਾਰੇ ਆਪ ਤੇ ਗੁਰੂ ਸਾਹਿਬ ਨੂੰ ਸਰਵੋਤਮ ਮੰਨਦੇ ਆ। ਬਿਲਕੁਲ। ਸੋ ਇਸ ਚੀਜ਼ 'ਚ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ, ਰਾਘਵ ਚੱਡਾ ਜੀ ਨੂੰ ਖਾਸ ਕਰ ਬੇਨਤੀ ਕਰਦਾ ਕਿ ਸਿੱਖਾਂ ਦੇ ਮਸਲਿਆਂ 'ਚ ਤੁਸੀਂ ਨਾ ਆਪ ਦੀ ਉਂਗਲ ਪਾਇਓ। ਇੱਥੇ ਤਫਤੀਸ਼ ਜਿਹੜੀ ਹੋ ਰਹੀ ਹੈ, ਇਹਨੂੰ ਬਿਲਕੁਲ ਤੁਸੀਂ ਫੇਅਰ ਐਂਡ ਸਹੀ ਤਫਤੀਸ਼ ਹੋਣ ਦਿਓ। ਇਹਦੇ ਨਾਲ ਸਿੱਖ ਤੁਹਾਨੂੰ ਚੰਗਾ ਮੰਨਣਗੇ। ਦੀਪ ਸਿੱਧੂ, ਮਰਹੂਮ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ, ਇਹ ਦੋਵਾਂ ਨੇ ਡਟ ਕੇ ਔਰ ਖੁੱਲ੍ਹ ਕੇ ਮਾਨ ਸਾਹਿਬ ਦੀ ਹਮਾਇਤ ਕੀਤੀ। ਦੀਪ ਸਿੱਧੂ ਨੇ ਤਾਂ ਤੁਹਾਡੇ ਅਮਰਗੜ੍ਹ ਦਾ ਜਿਹੜਾ ਸਾਰੀ ਕੰਪੇਨ ਸੀ, ਉਸ ਦੇ ਵਿੱਚ ਬਹੁਤ ਵਾਰ ਤੁਹਾਡਾ ਸਾਥ ਦਿੱਤਾ। ਇੱਕ ਹੱਥ ਝਾੜੂ ਵੀ ਫੜਿਆ, ਇੱਕ ਹੱਥ ਕਿਰਪਾਨ ਵੀ ਫੜੀ, ਔਰ ਲੋਕਾਂ ਨੂੰ ਸਮਝਾਇਆ ਵੀ ਕਿ ਤੁਹਾਨੂੰ ਚਾਹੀਦਾ ਕੀ ਹੈ। ਉਹ ਤਸਵੀਰਾਂ ਵੀ ਬਹੁਤ ਵਾਇਰਲ ਹੋਈਆਂ। ਦੀਪ ਸਿੱਧੂ ਦੀ ਇਸ ਤਰੀਕੇ ਨਾਲ ਮੌਤ ਹੋ ਜਾਂਦੀ ਹੈ, ਹਾਲੇ ਤੱਕ ਉਹ ਜਾਂਚ ਦਾ ਵਿਸ਼ਾ ਹੈ, ਕੋਈ ਫੈਕਟ ਸਾਹਮਣੇ ਨਹੀਂ ਆ ਰਿਹਾ ਹੈਗਾ। ਦੂਸਰੀ ਗੱਲ, ਸਿੱਧੂ ਮੂਸੇਵਾਲੇ ਦਾ ਬਰੂਟਲੀ ਕਤਲ ਹੋ ਜਾਂਦਾ। ਉਸ ਕਤਲ ਤੋਂ ਬਾਅਦ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ। ਮਤਲਬ ਆਮ ਲੋਕ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਗੈਂਗਸਟਰ ਦਾ ਕੰਮ ਹੈ। ਲੋਕਾਂ ਨੂੰ ਲੱਗ ਰਿਹਾ ਕਿ ਏਜੰਸੀਜ਼ ਦਾ ਕੰਮ ਹੈ, ਜਾਂ ਸਟੇਟ ਦੀ ਅੱਖ ਦੇ ਵਿੱਚ ਅੱਖ ਪਾ ਕੇ ਜਿਹੜਾ ਬੰਦਾ ਗੱਲ ਕਰੇਗਾ, ਸਟੇਟ ਉਸ ਦੇ ਨਾਲ ਇਦਾਂ ਹੀ ਕਰਦੀ ਹੈ, ਖਾਸ ਕਰ ਨੌਜਵਾਨਾਂ ਨਾਲ, ਕਿਉਂਕਿ ਉਹ ਨਵੀਂ ਉਹ ਪੀੜ੍ਹੀ ਨਹੀਂ ਉਭਰਨ ਦੇਣਾ ਚਾਹੁੰਦੇ। ਇਨਫਲੂਐਂਸ ਕਰਦੇ ਆ ਨਾ, ਉਹ ਇਨਫਲੂਐਂਸ ਕਰਦੇ। ਮਾਨ ਸਾਹਿਬ ਦਾ ਇਹਨਾਂ ਦੋਵਾਂ ਜਿਹੜੇ ਚਲੇ ਗਏ ਸੱਜਣ ਨੇ, ਇਹਨਾਂ ਸੱਜਣਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਕੀ ਰੋਲ ਹੋਏਗਾ? ਮਾਨ ਸਾਹਿਬ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੇ ਪਾਰਟੀ 'ਚ ਉਹ ਰਹਿ ਕੇ ਕੰਮ ਕਰ ਰਹੇ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਇਸ ਪਾਰਟੀ ਦੇ ਯੂਨਿਟਸ ਬਹੁਤ ਸਟਰੋਂਗ ਹੈਗੇ ਆ ਅਮਰੀਕਾ 'ਚ ਤੇ ਹੋਰ ਕਈ ਮੁਲਕਾਂ 'ਚ ਬਹੁਤ ਸਟਰੋਂਗ ਹੈਗੇ ਆ। ਜਦੋਂ ਇੱਕ ਮੁਲਕ ਤੋਂ ਉਮੀਦ ਹਟ ਜਾਂਦੀ ਹੈ ਇਨਸਾਫ ਦੀ, ਫਿਰ ਉਹਨਾਂ ਮੁਲਕਾਂ ਦੇ ਲੈਜਿਸਲੇਚਰਸ ਤੇ ਕੰਮ ਕੀਤਾ ਜਾਂਦਾ। ਜਿਵੇਂ ਅਮਰੀਕਾ ਨੇ ਲੈਜਿਸਲੇਸ਼ਨ ਪਾਸ ਕੀਤੀ ਹੈ ਕਿ ਜਿਹੜਾ ਸਿੱਖਾਂ ਨਾਲ 1984 'ਚ ਹੋਇਆ ਤੇ ਹੋਰ ਮਾਈਨੋਰਿਟੀਜ਼ ਨਾਲ ਇੰਡੀਆ 'ਚ ਹੋ ਰਿਹਾ, ਬਿਲਕੁਲ ਗਲਤ ਹੈ, ਉਹਨਾਂ ਨੂੰ ਨਿਖੇਧਿਆ। ਤੇ ਇਸੇ ਤਰੀਕੇ ਨਾਲ ਪ੍ਰਧਾਨ ਸਾਹਿਬ ਨੇ ਆਪਣੀ ਸਾਰੀ ਪਾਰਟੀ ਦੇ ਕਾਡਰਸ ਨਾਲ ਬੇਨਤੀ ਕੀਤੀ ਹੈ ਕਿ ਯੂਨਾਈਟਿਡ ਨੇਸ਼ਨਸ 'ਚ ਉਹ PIL ਪਾਉਣ ਤੇ ਇੱਕ ਇਨਕੁਆਇਰੀ ਮੰਗਣ, ਫੇਅਰ ਐਂਡ ਸਕੁਆਇਰ ਇਨਕੁਆਇਰੀ ਮੰਗਣ। ਜਿੱਥੇ ਜਿਵੇਂ ਬੇਨਜ਼ੀਰ ਭੁੱਟੋ ਦੇ ਅਸੈਸੀਨੇਸ਼ਨ ਦੀ ਇਨਕੁਆਇਰੀ ਹੋਈ ਸੀਗੀ ਪਾਕਿਸਤਾਨ ਦੀ ਵਜ਼ੀਰ ਦੀ, ਉਸੇ ਤਰੀਕੇ ਨਾਲ ਬਾਈ ਦੀਪ ਦੀ। ਐਂਡ ਜੇ ਸਿੱਧੂ ਮੂਸੇਵਾਲੇ ਦੀ ਨਹੀਂ ਮਿਲਦੀ, ਤੇ ਫਿਰ ਯੂਨਾਈਟਿਡ ਨੇਸ਼ਨਸ ਨੂੰ ਇਹ ਮਸਲਿਆਂ
ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਕਿਉਂਕਿ ਇਹਦੇ ਨਾਲ ਇੱਕ ਬਹੁਤ ਵੱਡਾ ਤਬਕਾ ਤੇ ਇੱਕ ਬਹੁਤ ਵੱਡੀ ਨਵੀਂ ਪੀੜ੍ਹੀ ਜੁੜੀ ਹੋਈ ਹੈ ਤੇ ਸਾਡੇ ਸਾਰਿਆਂ ਦੇ ਦਿਲਾਂ 'ਚ ਇਹ ਗੱਲ ਹੈਗੀ ਹੈ ਕਿ ਇਹਦਾ ਕੋਈ ਨਾ ਕੋਈ ਸਿੱਟਾ ਨਿਕਲਣਾ ਚਾਹੀਦਾ। ਸੋ ਆਪਾਂ ਬਾਹਰੋਂ ਵੀ ਕੋਸ਼ਿਸ਼ ਕਰ ਰਹੇ ਹਾਂ ਤੇ ਪਾਰਲੀਮੈਂਟ 'ਚ ਵੀ ਜਦੋਂ ਮੌਕਾ ਮਿਲੂਗਾ ਇਨਸਾਨੀਅਤ ਦੀ ਗੱਲ ਕਰਨ ਦਾ ਜਾਂ ਇਨਸਾਫ ਦੀ ਗੱਲ ਕਰਨ ਦਾ, ਤੇ ਇਹਨਾਂ ਦੋਨਾਂ ਵੀਰਾਂ ਦਾ ਜ਼ਰੂਰ ਨਾਮ ਆਊਗਾ। ਜਿਵੇਂ ਤੁਸੀਂ ਦੱਸਿਆ ਪਾਰਲੀਮੈਂਟ 'ਚ ਮੁੱਦੇ ਚੁੱਕੇ ਜਾ ਸਕਦੇ, ਰਿਕਾਰਡ 'ਤੇ ਹੋਣਗੇ ਜੀ, ਪਰ ਉਹਦੇ ਵਿੱਚੋਂ ਹੱਲ ਕੀ ਨਿਕਲੂਗਾ ਉਹ ਤਾਂ ਹੁਣ ਜਿਨ੍ਹਾਂ ਕੋਲੇ ਪਾਵਰ ਹੈ, ਜਿਹੜੇ ਤਖਤਾਂ 'ਤੇ ਬੈਠੇ ਹੈ, ਜਿਹੜੇ ਇਨਕੁਆਇਰੀ ਕਮਿਸ਼ਨਸ ਦੇ ਡੀਜੀਜ਼ ਨੇ, ਉਹ ਤਾਂ ਉਹਨਾਂ ਨੇ ਦੇਖਣਾ ਉਹ ਕਿੰਨੀ ਗੰਭੀਰਤਾ ਨਾਲ ਲੈਂਦੇ ਆ। ਜੇ ਨਹੀਂ ਲੈਣਗੇ, ਦੇਖੋ ਗੱਲ ਤਾਂ ਅਸਲੀ ਇਹ ਹੈ ਕਿ ਲੋਕ ਬਹੁਤ ਜ਼ਿਆਦਾ ਅੱਕੇ ਹੋਏ ਆ, ਗਰੀਬੀ ਬਹੁਤ ਜ਼ਿਆਦਾ ਹੈ। ਸ਼੍ਰੀਲੰਕਾ 'ਚ ਤੁਸੀਂ ਦੇਖ ਰਹੇ ਹੋ ਸਿਵਲ ਵਾਰ ਹੈ ਜੀ, ਠੀਕ ਹੈ ਜੀ। ਕਿਉਂ ਤੁਸੀਂ ਇਸ ਦੇਸ਼ ਨੂੰ ਉਸ ਪਾਸੇ ਪੁਸ਼ ਕਰ ਰਹੇ ਹੋ? ਕਿਉਂ ਆਪਾਂ ਇਨਸਾਫ ਨਹੀਂ ਦੇ ਪਾ ਰਹੇ ਬਿਲਕੁਲ, ਜਾਂ ਨਹੀਂ ਦੇਣਾ ਚਾਹੁੰਦੇ? ਹਾਂਜੀ ਹਾਂਜੀ। ਲਾਸਟ ਸਵਾਲ, ਜਿੱਥੋਂ ਸ਼ੁਰੂਆਤ ਉੱਥੇ ਹੀ ਆਪਾਂ ਪ੍ਰੋਗਰਾਮ ਦਾ ਖਾਤਮਾ ਕਰਾਂਗੇ, ਤੁਹਾਡੇ ਨਾਲ ਗੱਲਬਾਤ ਨੂੰ ਖਾਤਮ ਕਰਾਂਗੇ। ਕਿਰਪਾਨ ਜ਼ਰੂਰੀ ਜਾਂ ਲੋਕਾਂ ਦੇ ਮਸਲੇ ਜ਼ਰੂਰੀ? ਕਿਰਪਾਨ ਜਿਹੜੀ ਹੈਗੀ ਹੈ, ਕਿਰਪਾਨ ਸਾਡੀ ਧਰਮ ਹੈਗੀ ਹੈ, ਧਾਰਮਿਕ ਨਿਸ਼ਾਨੀ ਹੈ, ਸਾਡੀ ਗੁਰੂਆਂ ਦੀ ਨਿਸ਼ਾਨੀ ਹੈ, ਠੀਕ ਹੈ ਜੀ। ਲੋਕਾਂ ਦੇ ਮਸਲੇ ਵੀ ਗੁਰੂ ਸਾਹਿਬ ਦੇ ਓਟ ਆਸਰੇ ਨਾਲ ਹੀ ਸਾਨੂੰ ਲੋਕਾਂ ਦੀ ਸੇਵਾ ਮਿਲੀ ਹੈ ਜੀ, ਠੀਕ ਹੈ ਜੀ। ਦੋਨੋਂ ਬਹੁਤ ਜ਼ਿਆਦਾ ਜ਼ਰੂਰੀ ਹੈਗੇ ਆ, ਇਹਨਾਂ ਵਿੱਚੋਂ ਕੋਈ ਇੱਕ ਨਹੀਂ ਕਹਿ ਸਕਦੇ ਕਿ ਇਹ ਜ਼ਰੂਰੀ ਆ ਉਹ ਜ਼ਰੂਰੀ ਹੈਗਾ, ਠੀਕ ਹੈ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਹਰ ਹਾਲਤ 'ਚ ਪਾਰਲੀਮੈਂਟ 'ਚ ਜਾਣਗੇ। ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਕਿ ਕਿਰਪਾਨ ਜੇ ਉਹਨਾਂ ਨੇ ਰੋਕੀ ਤੇ ਫਿਰ ਉਹ ਸੰਵਿਧਾਨ 'ਚ ਨਹੀਂ ਬਿਲੀਵ ਕਰਦੇ, ਮੰਨਦੇ ਨਹੀਂ ਸੰਵਿਧਾਨ ਨੂੰ ਆਪਣੇ ਦੇਸ਼ ਦੇ। ਜੇ ਨਹੀਂ ਰੋਕੀ ਤੇ ਕਿਰਪਾਨ ਵੀ ਜਾਊਗੀ, ਲੋਕਾਂ ਦੇ ਮਸਲੇ ਵੀ ਜਾਣਗੇ, ਬਸ। ਥੈਂਕ ਯੂ ਗੋਬਿੰਦ ਸਿੰਘ ਸੰਧੂ ਜੀ, ਤੁਸੀਂ ਖੁੱਲ੍ਹ ਕੇ ਗੱਲਬਾਤ ਕੀਤੀ ਔਰ ਇਹ ਗੱਲਾਂ ਦਾ ਕਲੈਰੀਫਾਈ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਹੁਤ ਕੁਝ ਮੀਡੀਆ ਦੇ ਵਿੱਚ ਚੱਲ ਰਿਹਾ, ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਵਿਗੜ ਬਹੁਤ ਜਾਂਦੀਆਂ ਨੇ। ਥੈਂਕ ਯੂ ਆਉਣੇ ਨਾਲ ਗੱਲਬਾਤ। ਥੈਂਕ ਯੂ ਵੈਰੀ ਮੱਚ ਜੀ। ਇਹ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂਬਰ ਪਾਰਲੀਮੈਂਟ ਸੰਗਰੂਰ ਤੋਂ, ਉਹਨਾਂ ਦੇ ਦੋਤਾ ਜੀ ਗੋਬਿੰਦ ਸਿੰਘ ਸੰਧੂ ਜੀ। ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਔਰ ਇਹ ਮਸਲੇ ਚੁੱਕੇ ਜਾਣੇ ਬਹੁਤ ਲਾਜ਼ਮੀ ਸੀ ਕਿਉਂਕਿ ਗੱਲਾਂ ਚੱਲ ਰਹੀਆਂ ਕਿ ਮਾਨ ਸਾਹਿਬ ਨੇ ਕਿਰਪਾਨ ਦੇ ਉੱਤੇ ਅੜ ਜਾਣਾ ਹੈ। ਜੇ ਕਿਰਪਾਨ ਦੇ ਉੱਤੇ ਅੜ ਗਏ ਤਾਂ ਫਿਰ ਸੰਗਰੂਰ ਦੇ ਲੋਕਾਂ ਦੀ ਆਵਾਜ਼ ਕਿੱਦਾਂ ਚੁੱਕੀ ਜਾਏਗੀ, ਤੇ ਜਾਂ ਫਿਰ ਪਾਣੀਆਂ ਦੇ ਮਸਲੇ ਨੂੰ ਕੀ ਚੁੱਕਣਗੇ, ਜਾਂ ਰਵਨੀਤ ਬਿੱਟੂ ਹੋਰਾਂ ਨੇ ਸਰਦਾਰ ਮਾਨ ਦੇ ਉੱਤੇ ਜਿਹੜੇ ਨਿਸ਼ਾਨੇ ਲਾਏ ਨੇ ਪਿਛਲੇ ਦਿਨਾਂ ਦੇ ਵਿੱਚ, ਐਕਸਟ੍ਰੀਮਿਸਟ ਕਿਹਾ ਹੈ, ਨੌਜਵਾਨਾਂ ਨੂੰ ਭੜਕਾਉਣ ਵਾਲਾ ਕਿਹਾ ਹੈ, ਨੌਜਵਾਨ ਜਿਹੜੇ ਗਾਇਕ ਨੇ ਉਹਨਾਂ ਗਾਇਕਾਂ ਦੇ ਗੀਤਾਂ ਦੇ ਉੱਤੇ ਕਈ ਸਖਤ ਇਤਰਾਜ਼ ਕੀਤੇ ਨੇ ਰਵਨੀਤ ਸਿੰਘ ਬਿੱਟੂ ਹੋਰਾਂ ਨੇ। ਤਾਂ ਮਾਨ ਸਾਹਿਬ ਔਰ ਉਹਨਾਂ ਦਾ ਪਰਿਵਾਰ ਇਹਨਾਂ ਸਾਰੇ ਮਸਲਿਆਂ ਨੂੰ ਕਿਵੇਂ ਲੈਂਦਾ ਹੈ, ਇਸ ਗੱਲਬਾਤ ਦੇ ਵਿੱਚ ਅਸੀਂ ਇਹ ਰੱਖਣ ਦੀ ਕੋਸ਼ਿਸ਼ ਕੀਤੀ। ਆਪਣੇ ਕੈਮਰਾ ਸਹਿਯੋਗੀ ਹਰਪਾਲ ਸਿੰਘ ਦੇ ਨਾਲ ਔਨ 에ਅਰ ਦੇ ਲਈ ਪ੍ਰਿੰਸ ਭਾਰਦਵਾਜ, ਚੰਡੀਗੜ੍ਹ।